मैं कुछ विचारां आप जी दे नाल साझीਆਂ करनियां ने ਪੈਗਾਸਸ ਜਸੂਸੀ ਦਾ ਜਿਹੜਾ ਮਾਮਲਾ बहुत ही ज़्यादा ਭਖਿਆ ਹੋਇਆ ਉਹਦੇ ਸੰਬੰਧ ਦੇ ਵਿੱਚ। ਵੈਸੇ ਜੇ ਮੈਂ ਆਪਣੀ ਗੱਲ ਆਖਾਂ ਤਾਂ ਉਹ ਇਹ ਹੈ ਕਿ ਮੇਰੀ ਜ਼ਿੰਦਗੀ ਇੱਕ ਬਿਲਕੁਲ ਖੁੱਲੀ ਕਿਤਾਬ ਵਾਂਗ ਹੈ। ਖੁੱਲੀ ਕਿਤਾਬ। ਮੇਰੇ फ़ोन ਨੂੰ मैं कभी लॉक नहीं करके रखिया। मेरा फ़ोन हमेशा खुला है, घर दे विच भी खुला है, बाहर मेरा फ़ोन जदों मर्जी आके कोई भी चैक कर सकता है, कोई भी चैक कर सकता है। ਕੀ ਇਹ ਇੱਦਾਂ ਕਰਨਗੇ ਕਿ ਜਿਨ੍ਹਾਂ ਕੰਮਾਂ ਦੇ ਕਰਕੇ ਸਾਡੇ ਆਪਣੇ ਲੋਕਾਂ ਦੇ ਵਿੱਚ, ਆਪਣੇ ਦੇਸ਼ ਦੇ ਲੋਕਾਂ ਦੇ ਵਿੱਚ ਤੇ ਵਿਦੇਸ਼ਾਂ ਤੱਕ ਵੀ ਸਾਡੀ ਥੂ ਥੂ ਹੁੰਦੀ ਹੈ, ਅਸੀਂ ਉਹ ਕੰਮ ਕਰਨੋਂ ਹਟ ਜਾਵਾਂਗੇ? ਕੀ ਉਹ ਇੱਦਾਂ ਕਰਨਗੇ? ਜਿਹੜੇ ਲੋਕ ਧੱਕੇ ਨੇ ਨਾਲ ਲੋਕਾਂ ਨੂੰ ਕਹਿੰਦੇ ਨੇ ਕਿ ਬੋਲ ਜੈ ਸ਼੍ਰੀ ਰਾਮ ਔਰ ਮਾਰਦੇ ਨੇ, ਕੁੱਟਦੇ ਨੇ, ਗਊ ਹੱਤਿਆ ਦੇ ਨਾਮ ਦੇ ਉੱਪਰ ਉਹਨਾਂ ਦਾ ਕਤਲ ਤੱਕ ਵੀ ਕਰ ਦਿੱਤਾ ਜਾਂਦਾ ਹੈਗਾ ਸਰਕਾਰ ਵੱਲੋਂ। ਜਦੋਂ ਉਹਨਾਂ ਦੀ ਪੁਸਤ ਪਨਾਹੀ ਕੀਤੀ ਜਾਂਦੀ ਹੈ, ਜਦੋਂ ਸਰਕਾਰ ਉਹਨਾਂ ਦੇ ਖਿਲਾਫ ਕੋਈ ਠੋਸ ਐਕਸ਼ਨ ਨਹੀਂ ਲੈਂਦੀ ਤਾਂ ਸਰਕਾਰ ਦੇ ਉੱਪਰ ਸਵਾਲ ਉੱਠਣੇ ਲਾਜ਼ਮੀ ਨੇ। ਇਹ ਸਵਾਲ ਕੌਣ ਚੁੱਕਦਾ ਹੈ? ਪੱਤਰਕਾਰ। ਜਦੋਂ ਸਵਾਲ ਚੁੱਕਣ ਵਾਲਿਆਂ ਦੇ फ़ोन हैक करके ਉਹਨਾਂ ਦੀ ਜਸੂਸੀ ਕਰਨੀ ਸ਼ੁਰੂ ਕਰ ਦਿੱਤੀ ਜਾਵੇ ਤੇ ਕਿਤੇ ਇਹ ਸਾਡੇ ਰਾਹ ਦੇ ਰੋੜੇ ਨਾ ਬਣ ਜਾਣ ਤਾਂ ਮੈਨੂੰ ਲੱਗਦਾ ਕਿ ਉਸ ਵੇਲੇ ਦੇਸ਼ ਦੇ ਲੋਕਾਂ ਨੂੰ ਵੀ ਜ਼ਰੂਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਕੂਮਤਾਂ ਪੁੱਠੇ ਰਾਹ ਪੈ ਚੁੱਕੀਆਂ ਨੇ। ਪੰਜਾਬ ਦੇ ਜਿਹੜੇ ਹੈਗੇ ਨੇ ਸਿੱਖ ਪੱਤਰਕਾਰ ਜਾਂ ਪੰਜਾਬ ਹਿਤੈਸ਼ੀ, ਉਹਨਾਂ ਨੂੰ ਇੱਕ ਵੱਖਰੀ ਕੈਟਾਗਰੀ ਦੇ ਵਜੋਂ ਵੀ ਦੇਖਿਆ ਜਾਂਦਾ ਹੈਗਾ, ਇੱਕ ਵੱਖਰੀ ਸ਼੍ਰੇਣੀ ਵਿੱਚ ਰੱਖਦੇ ਨੇ। ਉਹਦੀ ਵਜ੍ਹਾ ਕੀ ਭਾਰਤ ਦਾ ਸੰਵਿਧਾਨ ਇਹਦੇ ਦਾਇਰੇ ਵਿੱਚ ਰਹਿੰਦਿਆਂ ਹੋਇਆ ਪੰਜਾਬ ਦੀ ਧਰਤੀ ਦੇ ਉੱਪਰ ਉੱਦਾਂ ਦਾ ਰਾਜ ਸਥਾਪਿਤ ਕੀਤਾ ਜਾ ਸਕਦਾ ਹੈ ਜਿੱਦਾਂ ਦਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਥਾਪਿਤ ਕੀਤਾ ਹੋਇਆ ਸੀਗਾ? ਇਸ ਸਵਾਲ ਦਾ ਜਵਾਬ ਹਰ ਕੋਈ ਦੇ ਸਕਦਾ ਹੈਗਾ, ਦੇਣ ਦੀ ਕੋਸ਼ਿਸ਼ ਵੀ ਜ਼ਰੂਰ ਕਰਨੀ ਚਾਹੀਦੀ ਹੈ। ਕੀ ਇਹ ਸੰਭਵ ਹੈ? ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰਦੇ ਹਾਂ, ਇਸ ਮੁਲਕ ਦੇ ਵਿੱਚ ਰਹਿੰਦੇ ਹਾਂ। ਭਾਰਤ ਦਾ ਜਿਹੜਾ ਸੰਵਿਧਾਨ ਹੈਗਾ ਉਦੋਂ ਬਾਹਰ ਜਾ ਕੇ ਕੋਈ ਵੀ ਗੱਲਬਾਤ ਨਹੀਂ ਕਰਦੇ ਹੈਗੇ, ਪਰ ਫਿਰ ਵੀ ਜਸੂਸੀ ਕਰਵਾਈ ਜਾਂਦੀ ਹੈ ਕਿਉਂਕਿ ਉਹ ਇੱਥੋਂ ਦੇ ਕਾਨੂੰਨ ਤੇ ਸੰਵਿਧਾਨ ਨੂੰ ਉਲੰਘ ਕੇ, ਉਹਨੂੰ ਉਲੰਘ ਕੇ, ਉਹਦੀਆਂ ਹੱਦਾਂ ਤੋੜ ਕੇ ਉਹ ਇੱਕ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਕਰਕੇ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਜ਼ਾਦੀ ਦੀ ਗੱਲ ਕਰਨ ਵਾਲੇ ਵੀ ਲੋਕ ਚੰਗੇ ਨਹੀਂ ਲੱਗਦੇ, ਇਸ ਕਰਕੇ ਜਸੂਸੀ ਕਰਵਾਉਂਦੇ ਆ ਇਹ। ਅਸੀਂ ਇਸ ਦੇਸ਼ ਨੂੰ ਤੋੜਨ ਦੀ ਕਦੀ ਵੀ ਗੱਲ ਨਹੀਂ ਕੀਤੀ ਹੈਗੀ। ਅਸੀਂ ਆਪਣੇ ਆਪ ਨੂੰ ਕਹਿੰਦੇ ਦੇਸ਼ ਭਗਤ ਤਾਂ ਅਸੀਂ ਆ, ਜਿਹੜੇ ਬਾਰ-ਬਾਰ ਇੱਕ ਵਾਰ ਨਹੀਂ ਰੋਜ਼ ਪਤਾ ਨਹੀਂ ਦਿਹਾੜੀ ਵਿੱਚ ਕਿੰਨੀ ਵਾਰ ਕਹਿੰਦੇ ਹੈਗੇ ਆ ਕਿ ਇਸ ਮੁਲਕ ਦੇ ਵਿੱਚ ਕਿੰਨੇ ਲੋਕ ਭੁੱਖੇ ਸੌਂਦੇ ਨੇ। ਸਾਨੂੰ ਉਹਨਾਂ ਲੋਕਾਂ ਦੀ ਫਿਕਰ ਹੈ, ਸਾਨੂੰ ਇਸ ਦੇਸ਼ ਦੇ ਲੋਕਾਂ ਦੀ ਫਿਕਰ ਹੈ। ਦੇਸ਼ ਭਗਤ ਕੌਣ ਹੋਇਆ ਦੱਸੋ ਭਲਾ ਜੀ? ਅਸੀਂ ਹੋਏ ਜਾਂ ਉਹ ਹੋਏ? ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਕਿ ਜਿਹੜੇ ਇਹ ਪੰਜਾਬ ਦੇ ਦੋ ਪੱਤਰਕਾਰ ਹੈਗੇ ਨੇ ਨਾ, ਇਹਨਾਂ ਨੂੰ ਜੇਲ੍ਹ ਸੁੱਟ ਦਿਓ, ਇਹਨਾਂ ਨੂੰ ਪਾਕਿਸਤਾਨ ਭੇਜ ਦਿਓ, ਇਹਨਾਂ ਨੂੰ ਇਹ ਖਰੇ ISI ਦੇ ਏਜੰਟ ਬਣਨਾ ਚਾਹੁੰਦੇ ਨੇ। ਹੱਦ ਹੋ ਗਈ, ਕਮਾਲ ਹੋ ਗਈ ਤੁਹਾਡੀ। ਇੱਥੋਂ ਦੇ ਹੁਕਮਰਾਨ ਤੇ ਸਵਾਲ ਪਸੰਦ ਹੀ ਨਹੀਂ ਕਰਦੇ ਹੈਗੇ। ਤੁਸੀਂ ਕਦੀ ਸੋਚ ਕੇ ਵੇਖੋ ਤਾਂ ਸਹੀ, ਇੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਨੇ ਕਦੀ ਕੋਈ ਇੱਦਾਂ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਪੱਤਰਕਾਰ ਇਹਦਾ ਸਾਹਮਣੇ ਬੈਠਣ ਤੇ ਨਰਿੰਦਰ ਮੋਦੀ ਸਾਹਮਣੇ ਬੈਠਣ ਤੇ ਬੈਠ ਕੇ ਸਵਾਲ ਕਰਨ ਪੱਤਰਕਾਰ ਤੇ ਜਵਾਬ ਦੇਣ ਨਰਿੰਦਰ ਮੋਦੀ? ਵੱਖ-ਵੱਖ ਸਿਆਸੀ ਪਾਰਟੀਆਂ ਵਾਲੇ ਇਹ ਗੱਲ ਕਹਿੰਦੇ ਆ ਕਿ ਸਾਡੀ ਪਾਰਟੀ ਦੀ ਸਰਕਾਰ ਬਣੂਗੀ ਔਰ ਮੁੱਖ ਮੰਤਰੀ ਦਲਿਤ ਹੋਊਗਾ। ਕੋਈ ਕਹਿੰਦਾ ਉਪ ਮੁੱਖ ਮੰਤਰੀ 2 ਦੇਵਾਂਗੇ, ਇੱਦਾਂ ਦੀਆਂ ਗੱਲਾਂ। ਕੋਈ ਕਹਿੰਦਾ ਜੀ ਮੁੱਖ ਮੰਤਰੀ ਸਿੱਖ ਚਿਹਰੇ ਵਾਲਾ ਹੋਊਗਾ। ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਉਹਨਾਂ ਨੇ ਇੱਕ ਸਾਬਕਾ ਜੱਜ ਹੈਗੇ ਨੇ, ਉਹਨਾਂ ਦਾ 2 ਮੈਂਬਰੀ ਇੱਕ ਕਮੇਟੀ ਗਠਿਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈਗਾ ਕਿ ਕੋਰਟ ਦੇ ਕੋਲੋਂ ਆਦੇਸ਼ ਲੈ ਕੇ ਜਾਂਚ ਪੜਤਾਲ ਕਰਵਾਈ ਜਾਊਗੀ ਇਸ ਜਸੂਸੀ ਮਾਮਲੇ ਦੀ। ਇਹ ਵੈਸਟ ਬੰਗਾਲ ਦੀ ਮੁੱਖ ਮੰਤਰੀ ਦਾ ਕਹਿਣਾ ਹੈ। ਕੀ ਪੰਜਾਬ ਦੇ ਮੁੱਖ ਮੰਤਰੀ ਵੀ ਆਪਣਾ ਮੂੰਹ ਖੋਲ੍ਹਣਗੇ ਇਸ ਵਿਸ਼ੇ ਦੇ ਉੱਪਰ? ਜੇ ਅੱਜ ਉਹਨਾਂ ਨੇ ਇਹ ਜਸੂਸੀ ਸਾਡੀ ਕਰਵਾਈ ਹੈ ਨਾ, ਕੱਲ੍ਹ ਤੁਹਾਡੀ ਵਾਰੀ ਵੀ ਆਉਣੀ ਹੈਗੀ ਆ। ਕੀ ਤੁਹਾਨੂੰ ਚੰਗਾ ਲੱਗੂਗਾ ਕਿ ਤੁਹਾਡੇ ਬੈਡਰੂਮ ਦੇ ਵਿੱਚ ਕੋਈ ਝਾਕੇ? ਕੀ ਚੰਗਾ ਲੱਗੂਗਾ ਕਿ ਤੁਹਾਡੇ ਘਰ ਦਾ ਜਿਹੜਾ ਗੇਟ ਹੈਗਾ ਉਹਦੇ ਅੰਦਰ ਕੋਈ ਝਾਕ ਕੇ ਵੇਖੇ ਕਿ ਤੁਸੀਂ ਕੀ ਖਾਂਦੇ ਹੋ, ਕੀ ਪਾਉਂਦੇ ਹੋ? ਮੈਂ ਤਾਂ ਦਾਅਵਾ ਕਰਦਾ ਇਸ ਗੱਲ ਦਾ ਕਿ ਮੇਰੀ ਜ਼ਿੰਦਗੀ ਬਿਲਕੁਲ ਇੱਕ ਖੁੱਲੀ ਕਿਤਾਬ ਵਾਂਗ ਹੈ।
ਜਿਹੜਾ ਮਰਜ਼ੀ ਜਦੋਂ ਮਰਜ਼ੀ ਮੇਰਾ ਆ ਕੇ ਫੋਨ ਚੈੱਕ ਕਰ ਸਕਦਾ, ਮੈਨੂੰ ਮੇਰੇ ਬਾਰੇ ਜਿਹੜਾ ਮਰਜ਼ੀ ਜਦੋਂ ਮਰਜ਼ੀ ਜੋ ਮਰਜ਼ੀ ਪੁੱਛ ਸਕਦਾ। ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ। ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਮੈਂ ਕੁਝ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ। ਪੈਗਾਸਸ ਜਸੂਸੀ ਦਾ ਜਿਹੜਾ ਮਾਮਲਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ, ਉਹਦੇ ਸੰਬੰਧ ਦੇ ਵਿੱਚ ਮੈਂ ਤੁਹਾਡਾ ਧਿਆਨ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਥੋੜ੍ਹਾ ਜਿਹਾ ਲਫ਼ਜ਼ ਤਾਂ ਬੋਲਿਆ ਹੈਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਉਹ ਸਮਾਂ ਹੈਗਾ ਉਹ ਕੋਈ ਬਹੁਤ ਜ਼ਿਆਦਾ ਪੁਰਾਣਾ ਨਹੀਂ ਹੈਗਾ। ਥੋੜ੍ਹਾ ਜਿਹਾ ਉਸ ਹਿਸਾਬ ਦੇ ਨਾਲ ਆਖਿਆ ਕਿ ਜਦੋਂ ਤੋਂ ਦੁਨੀਆ ਬਣੀ ਹੈਗੀ ਆ, ਜਦੋਂ ਤੋਂ ਆਪਾਂ ਜਿਹੜੇ ਲੋਕ ਮੰਨਦੇ ਨੇ ਕਿ ਸਤਯੁਗ ਆਇਆ, ਕਲਯੁਗ ਜਾਂ ਦੁਆਪਰ ਜਾਂ ਹੋਰ ਜਿਹੜੇ ਯੁਗਾਂ ਦੀ ਵੰਡ ਕੀਤੀ ਹੋਈ ਆ, ਉਹਦੇ ਹਿਸਾਬ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਲਾ ਜਿਹੜਾ ਸਮਾਂ ਹੈਗਾ ਉਹ ਹਾਲੇ ਕੱਲ੍ਹ ਦੀਆਂ ਗੱਲਾਂ ਕਹਿ ਸਕਦੇ ਆਪਾਂ ਉਸ ਹਿਸਾਬ ਦੇ ਨਾਲ। ਸੋ ਮੈਂ ਇਸ ਕਰਕੇ ਲਫ਼ਜ਼ ਬੋਲਿਆ। ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ। ਜਦੋਂ ਆਪਾਂ ਬਹੁਤ ਜ਼ਿਆਦਾ ਪਿੱਛੇ ਜਾਵਾਂਗੇ ਤਾਂ ਉਸ ਵੇਲੇ ਬਹੁਤ ਜ਼ਿਆਦੀਆਂ, ਉਸ ਵੇਲੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀਗੇ ਜਿਨ੍ਹਾਂ ਨੂੰ ਰਹਿਬਰ ਵੀ ਮੰਨਦੇ ਹੈਗੇ ਨੇ ਲੋਕ, ਉਸ ਰਾਜ ਦੇ ਵਿੱਚ ਵੀ ਬਹੁਤ ਸਾਰੀਆਂ ਘਾਟਾਂ, ਬਹੁਤ ਸਾਰੀਆਂ ਵਾਧਾਂ ਤੁਹਾਨੂੰ ਨਜ਼ਰ ਆਉਣਗੀਆਂ। ਉਸ ਰਾਜ ਦੇ ਵਿੱਚ ਵੀ ਤੁਹਾਨੂੰ ਸਾਰਾ ਕੁਝ ਨਜ਼ਰ ਆਊਗਾ ਕਿ ਕਿਵੇਂ ਉਸ ਵੇਲੇ ਦੇ ਰਾਜੇ ਮਹਾਰਾਜੇ ਜਸੂਸੀ ਕਰਵਾਇਆ ਕਰਦੇ ਸਨ, ਆਪਣੇ ਘਰ ਦੇ ਵਿੱਚ ਵੀ ਔਰ ਆਪਣੇ ਰਾਜ ਦੇ ਵਿੱਚ ਵੀ, ਔਰ ਜਿਹੜੇ ਦੂਜੇ ਰਾਜ ਹੈਗੇ ਆ, ਆਂਢੀ ਗੁਆਂਢੀ ਰਾਜ ਜਿਹੜੇ ਹੈਗੇ ਜਿਨ੍ਹਾਂ ਤੋਂ ਉਹਨਾਂ ਨੂੰ ਲੱਗਦਾ ਕਿ ਸਾਨੂੰ ਖਤਰਾ ਹੋ ਸਕਦਾ, ਆਪਣੇ ਜਸੂਸ ਉੱਥੇ ਵੀ ਭੇਜਦੇ ਰਹੇ ਨੇ। ਇੱਦਾਂ ਦੇ ਇਤਿਹਾਸ ਦੇ ਵਿੱਚੋਂ ਹਵਾਲੇ ਮਿਲਦੇ ਨੇ ਜਦੋਂ ਆਪਾਂ ਇਤਿਹਾਸ ਨੂੰ ਗੌਰ ਦੇ ਨਾਲ ਪੜ੍ਹਦੇ ਹਾਂ, ਵਾਚਦੇ ਹਾਂ। ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੱਲ ਕਰਨ ਲੱਗਿਆ ਸਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਨਾਲ ਸਿੰਘਾਂ ਸਮੇਤ ਜਾ ਰਹੇ ਨੇ ਕਿਧਰੇ, ਤੇ ਰਸਤੇ ਵਿੱਚ ਦਾਦੂ ਦੀ ਕਬਰ, ਦਾਦੂ ਦੀ ਸਮਾਧ, ਉੱਥੇ ਗੁਰੂ ਸਾਹਿਬ ਜੀ ਆਪਣੇ ਤੀਰ ਦੇ ਨਾਲ ਸਿਜਦਾ ਕਰਦੇ ਨੇ। ਸਿੰਘ ਪੁੱਛਦੇ ਨੇ ਗੁਰੂ ਸਾਹਿਬ ਜੀ ਆਹ ਕੀ? ਗੁਰੂ ਸਾਹਿਬ ਜੀ ਕਹਿੰਦੇ ਕੀ ਹੋਇਆ? ਪੁੱਛਦੇ ਨੇ ਕਿ ਗੁਰੂ ਸਾਹਿਬ ਜੀ ਤੁਸੀਂ ਤਾਂ ਸਾਨੂੰ ਕਹਿੰਦੇ ਹੋ ਕਿ ਇੱਕ ਸਿੱਖ ਦਾ ਸਿਰ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਹੋਰ ਦੇ ਮੂਹਰੇ ਝੁਕਣਾ ਨਹੀਂ ਚਾਹੀਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਛੁੱਟ, ਪਰ ਅੱਜ ਤੁਸੀਂ ਆਪਣੇ ਤੀਰ ਦੇ ਨਾਲ ਦਾਦੂ ਦੀ ਕਬਰ ਦੇ ਉੱਪਰ ਸਿਜਦਾ ਕੀਤਾ। ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਇਹ ਕਿਉਂ ਕੀਤਾ? ਗੁਰੂ ਸਾਹਿਬ ਜੀ ਮੁਸਕਰਾਏ, ਕਹਿੰਦੇ ਮੈਨੂੰ ਚੰਗਾ ਲੱਗਾ ਤੁਸੀਂ ਮੈਨੂੰ ਰੋਕਿਆ, ਤੁਸੀਂ ਮੈਨੂੰ ਟੋਕਿਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਈ ਸਿਜਦਾ ਨਹੀਂ ਸੀ ਕਰਨਾ ਚਾਹੁੰਦੇ ਉੱਥੇ। ਗੁਰੂ ਸਾਹਿਬ ਜੀ ਆਪਣੇ ਸਿੱਖਾਂ ਦੀ ਪਰਖ ਕਰਨੀ ਚਾਹੁੰਦੇ ਸੀ ਕਿ ਮੈਂ ਵੇਖਾਂ ਕਿ ਮੇਰੇ ਸਿੱਖ ਇੰਨੇ ਜੋਗੇ ਹੈਗੇ ਨੇ ਜਾਂ ਹੋ ਗਏ ਨੇ ਕਿ ਮੇਰੇ ਸਿੱਖ ਆਪਣੇ ਗੁਰੂ ਨੂੰ ਵੀ ਸਵਾਲ ਕਰ ਸਕਣ। ਗੁਰੂ ਸਾਹਿਬ ਜੀ ਨੇ ਆਖਿਆ ਕਿ ਮੈਨੂੰ ਬਹੁਤ ਚੰਗਾ ਲੱਗਾ ਤੁਸੀਂ ਮੈਨੂੰ ਟੋਕਿਆ। ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੀਆਂ ਹਕੂਮਤਾਂ ਦੀ। ਅੱਜ ਦੀਆਂ ਹਕੂਮਤਾਂ ਨੂੰ ਜੇ ਕੋਈ ਟੋਕੇ, ਆਪਣੇ ਆਪ ਨੂੰ ਉਹ ਅਖਵਾਉਂਦੇ ਇਹ ਨੇ ਕਿ ਅਸੀਂ ਆਪਣੇ ਦੇਸ਼ ਦੇ ਕਰਤਾ ਧਰਤਾ ਹੈਗੇ ਆ, ਅਸੀਂ ਰਹਿਬਰ ਹੈਗੇ ਆ, ਅਸੀਂ ਮੁਲਕ ਨੂੰ ਚਲਾਉਣ ਵਾਲੇ ਆ, ਅਸੀਂ ਆਪਣੇ ਜਿਹੜੇ ਦੇਸ਼ ਦੇ ਲੋਕ ਹੈਗੇ ਨੇ ਗਰੀਬ ਘੱਟ ਗਿਣਤੀ ਕੌਮਾਂ ਦੇ ਲੋਕ, ਅਸੀਂ ਉਹਨਾਂ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਹੈ, ਅਸੀਂ ਗਰੀਬਾਂ ਦਾ ਪਾਲਣ ਪੋਸ਼ਣ ਕਿੱਦਾਂ ਕਰਨਾ, ਅਸੀਂ ਉਹਨਾਂ ਦੇ ਵਾਸਤੇ ਦਵਾ ਦਾਰੂ ਦਾ ਪ੍ਰਬੰਧ ਕਿਵੇਂ ਕਰਨਾ ਹੈਗਾ। ਉਹ ਦਾਅਵੇ ਇੱਦਾਂ ਦੇ ਕਰਦੇ ਹੈਗੇ ਆ। ਪਰ ਜੇ ਕੋਈ ਉਹਨਾਂ ਨੂੰ ਅੱਗੋਂ ਰੋਕੇ, ਜੇ ਕੋਈ ਉਹਨਾਂ ਨੂੰ ਟੋਕੇ, ਉਹਨਾਂ ਦੀਆਂ ਊਣਤਾਈਆਂ, ਉਹਨਾਂ ਦੀਆਂ ਗਲਤੀਆਂ ਦੱਸੇ ਤਾਂ ਇਹਨਾਂ ਦੇ ਕੋਲੋਂ ਹਜ਼ਮ ਨਹੀਂ ਹੁੰਦਾ, ਇਹਨਾਂ ਦੇ ਕੋਲੋਂ ਸਾਰਾ ਕੁਝ ਜਰਿਆ ਨਹੀਂ ਜਾਂਦਾ ਹੈਗਾ। ਕਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਔਰ ਕਿੱਥੇ ਮੈਂ ਇਹਨਾਂ ਲੋਕਾਂ ਦੇ ਨਾਲ ਉਹਨਾਂ ਦੀ ਤੁਲਨਾ ਕਰ ਬੈਠਾ। ਮੈਨੂੰ ਲੱਗਦਾ ਕਿ ਇਹ ਸ਼ੋਭਦਾ ਨਹੀਂ ਹੈਗਾ। ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਾਜ ਭਾਗ ਦੀ ਗੱਲ ਕਰ ਲੈਂਦੇ ਹਾਂ। ਗੁਰੂ ਸਾਹਿਬ ਜੀ ਥਾਪੜਾ ਦੇ ਕੇ ਤੋੜਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ। ਬਾਬਾ ਬੰਦਾ ਸਿੰਘ ਬਹਾਦਰ ਜੀ ਇੱਥੇ ਰਾਜ ਭਾਗ ਕਾਇਮ ਕਰਦੇ ਨੇ। ਉਸ ਰਾਜ ਦੇ ਵਿੱਚ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੇ ਅੱਜ ਕਿਸਾਨ ਸੰਘਰਸ਼ ਕਰ ਰਹੇ ਨੇ, ਸੜਕਾਂ ਦੇ ਉੱਪਰ ਉਤਰੇ ਹੋਏ ਨੇ, ਦਿੱਲੀ ਦੇ ਦਰਬਾਰ ਮੂਹਰੇ ਜਾ ਕੇ ਮਿੰਨਤਾਂ ਵੀ ਕਰ ਰਹੇ ਨੇ, ਔਰ ਕੱਲੀਆਂ ਮਿੰਨਤਾਂ ਨਹੀਂ ਕਰ ਰਹੇ, ਨਾਲ ਉਹਨਾਂ ਨੂੰ ਦੱਸ ਵੀ ਰਹੇ ਆ ਕਿ ਤੁਸੀਂ ਜੇ ਤੁਸੀਂ ਸਾਡੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਨਾ, ਅਸੀਂ ਤੁਹਾਡੇ ਨੱਕ 'ਚ ਦਮ ਕਰ ਦਿਆਂਗੇ, ਅਸੀਂ ਇਹ ਕਾਨੂੰਨ ਵਾਪਸ ਕਰਵਾ ਕੇ ਹੀ ਸਾਹ ਲੈਣਾ। ਉਹ ਕਿਸਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੇ ਲੋਕ ਵਾਹੀ ਕਰਦੇ ਸੀਗੇ, ਜਿਹੜੇ ਮਜ਼ਦੂਰ ਸੀਗੇ, ਉਹਨਾਂ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਸੀਗਾ। ਅੱਜ ਉਹ ਜ਼ਮੀਨਾਂ ਦੇ ਮਾਲਕ, ਇੱਥੋਂ ਦੀਆਂ ਹਕੂਮਤਾਂ ਉਹਨਾਂ ਨੂੰ ਸੜਕਾਂ 'ਤੇ ਲਿਆ ਕੇ ਬਿਠਾ ਰਹੀਆਂ ਨੇ। ਇੱਦਾਂ ਦੇ ਹਾਲਾਤ ਬਣ ਗਏ ਨੇ। ਕਿਸਾਨ ਕਹਿ ਰਹੇ ਨੇ ਕਿ ਸਾਡੇ ਕੋਲ ਸਾਡੀਆਂ ਜ਼ਮੀਨਾਂ ਇਹ ਲੋਕ ਖੋਹ ਰਹੇ ਨੇ। ਇਹ ਨੇ ਇਸ ਮੁਲਕ ਦੇ ਹਾਲਾਤ। ਮੈਂ ਹੁਣ ਪੈਗਾਸਸ ਜਸੂਸੀ ਦੇ ਸੰਬੰਧ ਵਿੱਚ ਗੱਲ ਕਰਨ ਲੱਗਿਆ ਸੀਗਾ। ਜਿਹੜੀ ਉਹ ਜਸੂਸੀ ਉਹਨਾਂ ਦੇ ਵੱਲੋਂ ਕਰਵਾਈ ਗਈ ਹੈ, ਉਹਦੇ ਵਿੱਚ ਪੱਤਰਕਾਰਾਂ ਦੇ ਨਾਮ ਵੀ ਨੇ। ਪੂਰੇ ਭਾਰਤ ਦੇ 40 ਪੱਤਰਕਾਰ, ਉਹਨਾਂ 40 ਦੇ ਵਿੱਚੋਂ 2 ਪੱਤਰਕਾਰ ਪੰਜਾਬ ਦੇ, ਉਹਨਾਂ ਵਿੱਚੋਂ ਇੱਕ ਮੇਰਾ ਨਾਮ ਹੈਗਾ ਭੁਪਿੰਦਰ ਸਿੰਘ ਸੱਜਣ। ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈਗਾ ਕਿ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹ ਇਸ ਗੱਲ ਦੀ ਰਤਾ ਵੀ ਆਗਿਆ ਨਹੀਂ ਦਿੰਦਾ ਹੈਗਾ ਕਿ ਕਿਸੇ ਵੀ ਮੁਲਕ ਦੀ ਹਕੂਮਤ ਉਹ ਜਸੂਸੀ ਕਰਵਾਵੇ। ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਮੁੱਢ ਕਦੀਮ ਤੋਂ ਲੈ ਕੇ ਜਦੋਂ ਤੋਂ ਵੀ ਰਾਜ ਭਾਗ ਬਣੇ ਨੇ, ਜਦੋਂ ਤੋਂ ਵੀ ਇਲਾਕਿਆਂ ਦੀ ਵੰਡ ਹੋਣੀ ਸ਼ੁਰੂ ਹੋਈ ਹੋਊਗੀ, ਉਦੋਂ ਤੋਂ ਲੈ ਕੇ ਰਾਜੇ ਮਹਾਰਾਜੇ ਵੀ ਇਹ ਜਸੂਸੀਆਂ ਕਰਵਾਉਂਦੇ ਰਹੇ ਨੇ। ਪਰ ਹੁਣ ਆਪਣੇ ਆਪ ਨੂੰ ਜਿਹੜਾ ਮੁਲਕ ਕਹਿੰਦਾ ਹੈਗਾ ਕਿ ਅਸੀਂ ਸਭ ਤੋਂ ਵੱਡਾ ਲੋਕਤੰਤਰ ਮੁਲਕ ਹੈ ਸਾਡਾ,
ਔਰ ਲੋਕਤੰਤਰੀ ਮੁਲਕ ਦੇ ਜਿਹੜੇ ਇਸ ਵੇਲੇ ਹੁਕਮਰਾਨ ਨੇ ਜਦੋਂ ਉਹ ਕਾਨੂੰਨ ਦੇ ਉਲਟ ਜਾ ਕੇ ਸੰਵਿਧਾਨ ਦੇ ਉਲਟ ਜਾ ਕੇ ਇਦਾਂ ਦੇ ਕੰਮ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਸਵਾਲ ਉੱਠਣੇ ਲਾਜ਼ਮੀ ਨੇ। ਵੈਸੇ ਜੇ ਮੈਂ ਆਪਣੀ ਗੱਲ ਆਖਾਂ ਤਾਂ ਉਹ ਇਹ ਹੈ ਕਿ ਮੇਰੀ ਜ਼ਿੰਦਗੀ ਇੱਕ ਬਿਲਕੁਲ ਖੁੱਲੀ ਕਿਤਾਬ ਵਾਂਗ ਹੈ। ਖੁੱਲੀ ਕਿਤਾਬ। ਮੇਰੇ फ़ोन ਨੂੰ ਮੈਂ ਕਦੀ ਲੌਕ ਨਹੀਂ ਕਰਕੇ ਰੱਖਿਆ। ਮੇਰਾ फ़ोन ਹਮੇਸ਼ਾ ਖੁੱਲ੍ਹਾ ਹੈ, ਘਰ ਦੇ ਵਿੱਚ ਵੀ ਖੁੱਲ੍ਹਾ ਹੈ, ਬਾਹਰ ਮੇਰਾ फ़ोन ਜਦੋਂ ਮਰਜ਼ੀ ਆ ਕੇ ਕੋਈ ਵੀ ਚੈੱਕ ਕਰ ਸਕਦਾ ਹੈ, ਕੋਈ ਵੀ ਚੈੱਕ ਕਰ ਸਕਦਾ। ਉਹਦੀ ਵਜ੍ਹਾ ਇਹ ਹੈਗੀ ਆ ਕਿ ਮੈਂ ਕੋਈ ਨਾ ਤੇ ਗੈਰ ਕਾਨੂੰਨੀ ਕੰਮ ਕਰਦਾ, ਨਾ ਮੈਂ ਕੋਈ ਇਦਾਂ ਦਾ ਕੰਮ ਕਰਦਾ ਹੈਗਾ ਜਿਹੜਾ ਕਿ ਸਮਾਜ ਦੇ ਵਿੱਚ ਨਿੰਦਣਯੋਗ ਹੋਵੇ, ਜਿਹੜਾ ਕਿ ਚੰਗਾ ਨਾ ਹੋਵੇ। ਇਦਾਂ ਦਾ ਮੈਂ ਕੋਈ ਕੰਮ ਕਰਦਾ ਹੀ ਨਹੀਂ ਹੈਗਾ। ਮੈਂ ਕੋਈ 2 ਨੰਬਰ ਦਾ ਕੰਮ ਨਹੀਂ ਕਰਦਾ ਹੈਗਾ। ਮੈਂ ਕਿਸੇ ਦੇ ਕੋਲੋਂ ਹੇਰਾ ਫੇਰੀ ਦੇ ਨਾਲ ਪੈਸੇ ਨਹੀਂ ਉਗਰਾਉਂਦਾ ਹੈਗਾ। ਮੈਂ ਕੋਈ ਇਦਾਂ ਦਾ ਕੰਮ ਨਹੀਂ ਕਰਦਾ ਹੈਗਾ। ਇਸ ਕਰਕੇ ਮੈਨੂੰ ਲੱਗਦਾ ਕਿ ਮੇਰਾ फ़ोन ਖੁੱਲੀ ਕਿਤਾਬ ਹੈ, ਕੋਈ ਵੀ ਉਹਨੂੰ ਚੈੱਕ ਕਰ ਸਕਦਾ ਹੈ। ਇਹ ਮੈਂ ਵੈਸੇ ਕਹਿ ਰਿਹਾ ਹੈਗਾ। ਅਦਰਵਾਈਜ਼ ਕਾਨੂੰਨ ਦੇ ਮੁਤਾਬਕ ਇਹ ਕੰਮ ਕਰਨਾ ਤੇ ਕਰਵਾਉਣਾ ਵਾਜਬ ਨਹੀਂ ਹੈਗਾ। ਕਿਸੇ ਨੂੰ ਕਿਸੇ ਦੇ फ़ोन ਚੈੱਕ ਕਰਨੇ ਸੋ ਹਕੂਮਤਾਂ ਦੇ ਵਾਸਤੇ ਤਾਂ ਬੜੀ ਹੀ ਸ਼ਰਮ ਵਾਲੀ ਗੱਲ ਹੈ। ਹੁਣ ਤੁਸੀਂ ਦੇਖੋ ਕਿੰਨੀ ਜ਼ਿਆਦਾ ਸ਼ਰਮ ਵਾਲੀ ਗੱਲ ਹੈ ਕਿ ਪੂਰੇ ਵਰਲਡ ਦੇ ਵਿੱਚ ਥੂ ਥੂ ਹੋ ਰਹੀ ਹੋਵੇ ਔਰ ਫਿਰ ਵੀ ਉਹ ਲੋਕ ਇਸ ਗੱਲ ਦੇ ਲਈ ਐਗਰੀ ਨਾ ਹੋਣ, ਇਸ ਗੱਲ ਦੇ ਲਈ ਆਪਣੇ ਆਪ ਨੂੰ ਸੌਰੀ ਫੀਲ ਨਾ ਕਰਨ। ਚਲੋ ਜੇ ਸੌਰੀ ਫੀਲ ਨਹੀਂ ਕਰਨਾ ਤੇ ਆਪਾਂ ਪਿੱਛੇ ਝਾਤ ਮਾਰ ਕੇ ਵੇਖ ਲਈਏ, ਪਿੱਛੇ ਜੋ ਕੁਝ ਵੀ ਵਾਪਰਿਆ ਹੈਗਾ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕੀ ਆਉਂਦੇ ਸਮੇਂ ਦੇ ਵਿੱਚ ਇਹ ਆਪਣੇ ਆਪ ਨੂੰ ਸੰਭਾਲਣਗੇ, ਕੀ ਇਹ ਇੱਦਾਂ ਕਰਨਗੇ ਕਿ ਜਿਨ੍ਹਾਂ ਕੰਮਾਂ ਦੇ ਕਰਕੇ ਸਾਡੇ ਆਪਣੇ ਲੋਕਾਂ ਦੇ ਵਿੱਚ, ਆਪਣੇ ਦੇਸ਼ ਦੇ ਲੋਕਾਂ ਦੇ ਵਿੱਚ ਤੇ ਵਿਦੇਸ਼ਾਂ ਤੱਕ ਵੀ ਸਾਡੀ ਥੂ ਹੁੰਦੀ ਹੈ, ਅਸੀਂ ਉਹ ਕੰਮ ਕਰਨੋਂ ਹਟ ਜਾਵਾਂਗੇ। ਕੀ ਉਹ ਇੱਦਾਂ ਕਰਨਗੇ? ਸੌਰੀ ਦੀ ਗੱਲ ਕੋਈ ਨਹੀਂ ਹੈਗੀ ਕਿ ਉਹ ਇੰਜ ਕਰਨਗੇ, ਪਰ ਪਿਛਲੀਆਂ ਉਹਨਾਂ ਦੀਆਂ ਹਰਕਤਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹਨਾਂ ਦਾ ਇੱਦਾਂ ਦਾ ਕੋਈ ਇਰਾਦਾ ਨਹੀਂ ਹੈਗਾ, ਕਿਉਂਕਿ ਉਹਨਾਂ ਦੇ ਕੋਲ ਏਜੰਡੇ ਨੇ ਕਿ ਅਸੀਂ ਇਹਨਾਂ ਏਜੰਡਿਆਂ ਦੇ ਉੱਪਰ ਕੰਮ ਕਰਨਾ ਹੈ। ਹਿੰਦੀ ਤੇ ਹਿੰਦੁਸਤਾਨ ਦਾ ਉਹਨਾਂ ਦਾ ਏਜੰਡਾ। ਮੈਨੂੰ ਲੱਗਦਾ ਕਿ ਦੇਸ਼ ਦਾ ਸੰਵਿਧਾਨ ਔਰ ਭਾਰਤ ਦਾ ਕਾਨੂੰਨ ਇਹ ਨਹੀਂ ਕਹਿੰਦਾ ਹੈਗਾ ਕਿ ਤੁਸੀਂ ਇੰਜ ਕਰੋ, ਪਰ ਉਹ ਇਸ ਕਾਨੂੰਨ ਦੀ ਦੁਰਵਰਤੋਂ ਕਰਕੇ, ਇਸ ਕਾਨੂੰਨ ਦੀ ਉਲੰਘਣਾ ਕਰਕੇ, ਇਹਨੂੰ ਪਾਰ ਕਰਕੇ, ਕਾਨੂੰਨ ਦੀਆਂ ਹੱਦਾਂ ਤੇ ਕਾਨੂੰਨ ਦੀਆਂ ਸਰਹੱਦਾਂ ਪਾਰ ਕਰਕੇ ਉਹ ਇਹ ਕੰਮ ਕਰਨ ਜਾ ਰਹੇ ਨੇ ਔਰ ਉਹਦੇ ਤੇ ਉਹ ਵਰਕ ਵੀ ਕਰ ਰਹੇ ਨੇ, ਕੰਮ ਵੀ ਕਰ ਰਹੇ ਨੇ। ਜਿਹੜੇ ਲੋਕ ਧੱਕੇ ਨਾਲ ਲੋਕਾਂ ਨੂੰ ਕਹਿੰਦੇ ਨੇ ਕਿ ਬੋਲ ਜੈ ਸ਼੍ਰੀ ਰਾਮ ਔਰ ਮਾਰਦੇ ਨੇ, ਕੁੱਟਦੇ ਨੇ, ਗਊ ਹੱਤਿਆ ਦੇ ਨਾਮ ਦੇ ਉੱਪਰ ਉਹਨਾਂ ਦਾ ਕਤਲ ਤੱਕ ਵੀ ਕਰ ਦਿੱਤਾ ਜਾਂਦਾ ਹੈਗਾ ਸਰਕਾਰ ਵੱਲੋਂ। ਜਦੋਂ ਉਹਨਾਂ ਦੀ ਪੁਸਤ ਪਨਾਹੀ ਕੀਤੀ ਜਾਂਦੀ ਹੈ, ਜਦੋਂ ਸਰਕਾਰ ਉਹਨਾਂ ਦੇ ਖਿਲਾਫ ਕੋਈ ਠੋਸ ਐਕਸ਼ਨ ਨਹੀਂ ਲੈਂਦੀ ਤਾਂ ਸਰਕਾਰ ਦੇ ਉੱਪਰ ਸਵਾਲ ਉੱਠਣੇ ਲਾਜ਼ਮੀ ਨੇ। ਇਹ ਸਵਾਲ ਕੌਣ ਚੁੱਕਦਾ? ਪੱਤਰਕਾਰ, ਜਿਹੜੇ ਸਮਾਜ ਦੇ ਬੁੱਧੀਜੀਵੀ ਲੋਕ ਹੁੰਦੇ ਨੇ ਉਹ ਚੁੱਕਦੇ ਨੇ ਸਵਾਲ। ਔਰ ਜਦੋਂ ਸਵਾਲ ਚੁੱਕਣ ਵਾਲਿਆਂ ਦੇ ਉੱਪਰ ਹੀ ਨਿਸ਼ਾਨੇ ਕੱਸਣੇ ਸ਼ੁਰੂ ਹੋ ਜਾਣ, ਜਦੋਂ ਉਹਨਾਂ ਨੂੰ ਹੀ ਟਾਈਟ ਕਰਨਾ ਸ਼ੁਰੂ ਕਰ ਦਿੱਤਾ ਜਾਵੇ, ਜਦੋਂ ਸਵਾਲ ਚੁੱਕਣ ਵਾਲਿਆਂ ਦੇ फ़ोन ਹੈਕ ਕਰਕੇ ਉਹਨਾਂ ਦੀ ਜਸੂਸੀ ਕਰਨੀ ਸ਼ੁਰੂ ਕਰ ਦਿੱਤੀ ਜਾਵੇ ਵੀ ਕਿਤੇ ਇਹ ਸਾਡੇ ਰਾਹ ਦੇ ਰੋੜੇ ਨਾ ਬਣ ਜਾਣ, ਤਾਂ ਮੈਨੂੰ ਲੱਗਦਾ ਕਿ ਉਸ ਵੇਲੇ ਦੇਸ਼ ਦੇ ਲੋਕਾਂ ਨੂੰ ਵੀ ਜ਼ਰੂਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਕੂਮਤਾਂ ਪੁੱਠੇ ਰਾਹ ਪੈ ਚੁੱਕੀਆਂ ਨੇ। ਹਕੂਮਤਾਂ ਨੂੰ ਸਿੱਧੇ ਰਾਹ 'ਤੇ ਕਿਵੇਂ ਲੈ ਕੇ ਆਉਣਾ ਹੈਗਾ, ਕਿੱਦਾਂ ਲੈ ਕੇ ਆਉਣਾ, ਇਹ ਦੇਸ਼ ਦੇ ਲੋਕਾਂ ਦੇ ਹੱਥ ਵਿੱਚ ਵੀ ਹੁੰਦਾ ਹੈਗਾ। ਇਹ ਇਕੱਲੇ ਕੋਈ ਸਿੱਖਾਂ, ਮੁਸਲਮਾਨਾਂ, ਹਿੰਦੂਆਂ, ਬੋਧੀ, ਜੈਨੀ, ਈਸਾਈ, ਪਾਰਸੀ ਜਾਂ ਕਿਸੇ ਵੀ ਘੱਟ ਗਿਣਤੀ ਕੌਮ ਦਾ ਕਿਸੇ ਦਾ ਇੱਕ ਕੋਈ ਨਿੱਜੀ ਮਸਲਾ ਨਹੀਂ ਹੈਗਾ। ਇਹ ਸਾਡਾ ਸਾਰਿਆਂ ਦਾ ਸਾਂਝਾ ਮਸਲਾ ਹੈਗਾ। ਔਰ ਮੈਨੂੰ ਲੱਗਦਾ ਕਿ ਇਕੱਲੇ ਸਿੱਖ ਹੀ ਨਹੀਂ, ਇਕੱਲਾ ਮੇਰੇ ਵਰਗਾ ਕੋਈ ਜਿਹਨੇ ਸਿਰ ਦੇ ਉੱਪਰ ਦਸਤਾਰ ਬੱਧੀ ਹੈ ਉਹ ਹੀ ਨਹੀਂ, ਜਿਨ੍ਹਾਂ ਦੇ ਉੱਪਰ ਸਿਰਾਂ ਦੇ ਉੱਪਰ ਦਸਤਾਰਾਂ ਨਹੀਂ, ਜਿਹੜੇ ਸਿਰੋਂ ਮੋਨੇ ਨੇ, ਉਹਨਾਂ ਵਿੱਚ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਵੀ ਨੇ, ਉਹਨਾਂ ਦੀ ਜਸੂਸੀ ਵੀ ਕਰਵਾਈ ਗਈ ਹੈ। ਉਹਦੀ ਵਜ੍ਹਾ ਕੀ ਹੈਗੀ ਆ ਭਲਾ? ਸਾਬਕਾ ਜੱਜ ਵੀ ਇੱਕ ਹੈਗੇ ਨੇ, ਉਹਨਾਂ ਦੀ ਜਸੂਸੀ ਭਲਾ ਮਤਲਬ ਇਹ ਜਿਹੜੀਆਂ ਜਸੂਸੀਆਂ ਕਰਵਾਈ ਜਾਂਦੀਆਂ ਨੇ ਉਹ ਇਸ ਕਰਕੇ ਨਹੀਂ ਕਰਵਾਉਂਦੇ ਹੈਗੇ ਕਿ ਇਹ ਸਿੱਖ ਹੈ, ਮੈਂ ਇਹਦੀ ਇਸ ਕਰਕੇ ਜਸੂਸੀ ਕਰਨੀ ਜਾਂ ਕਰਵਾਉਣੀ ਹੈ। 2 ਕਾਰਨ ਨੇ ਉਹਦੇ। ਇੱਕ ਤੇ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਚਾਹੇ ਸਾਡੇ ਆਪਣੇ ਹਿੰਦੂ ਭਾਈਚਾਰੇ ਦੇ ਹੀ ਲੋਕ ਕਿਉਂ ਨਾ ਹੋਣ, ਕਿਉਂਕਿ ਜਦੋਂ ਅਸੀਂ ਗਲਤ ਏਜੰਡਿਆਂ ਦੇ ਉੱਪਰ ਕੰਮ ਕਰਦੇ ਹਾਂ, ਜਿਹੜੇ ਗੈਰ ਕਾਨੂੰਨੀ ਨੇ, ਜਿਹੜੇ ਗੈਰ ਸੰਵਿਧਾਨਕ ਨੇ, ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਜ਼ਰੂਰੀ ਨਹੀਂ ਹੈਗਾ ਕਿ ਸਾਡੇ ਆਪਣੇ ਭਾਈਚਾਰੇ ਦੇ ਲੋਕ ਵੀ ਉਹਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਣ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਆਪਣੇ ਭਾਈਚਾਰੇ ਦੇ ਲੋਕ ਵੀ ਜ਼ਰੂਰ ਕਹਿੰਦੇ ਹੋਣਗੇ ਕਿ ਸਾਰੇ ਜਹਾਂ ਸੇ ਅੱਛਾ ਇਹ ਜਿਹੜਾ ਹਿੰਦੁਸਤਾਨ ਤੁਸੀਂ ਕਹਿੰਦੇ ਸੀ ਹਮ ਬੁਲਬੁਲੇ ਹੈ ਇਸਕੇ, ਭਈ ਅਸੀਂ ਛੋਟੇ ਹੁੰਦੇ ਪੜ੍ਹਦੇ ਰਹੇ ਹੈਗੇ ਆ ਭਈ ਹਿੰਦੂ, ਮੁਸਲਮ, ਸਿੱਖ, ਈਸਾਈ ਆਪਸ ਵਿੱਚ ਹੈ ਭਾਈ। ਹੁਣ ਤੁਸੀਂ ਕਹਿਣ ਲੱਗ ਪਏ ਨਹੀਂ ਉਹ ਸਾਰੇ ਇੱਕੋ ਹੀ ਹੈਗੇ ਨੇ, ਸਾਰਿਆਂ ਨੂੰ ਆਪਾਂ ਹਿੰਦੂ ਮਤਲਬ ਹਿੰਦੀ ਤੇ ਹਿੰਦੁਸਤਾਨ ਦੇ ਰੰਗ ਦੇ ਵਿੱਚ ਰੰਗ ਦੇਣਾ ਹੈਗਾ, ਇੱਕ ਬੋਲੀ, ਇੱਕ ਭਾਸ਼ਾ, ਇਹ ਇੱਕ ਝੰਡਾ, ਇੱਕ ਰਾਸ਼ਟਰ। ਸੋ ਉਹਨਾਂ ਨੂੰ ਵੀ ਇਤਰਾਜ਼ ਹੈਗਾ, ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੀ ਇਤਰਾਜ਼ ਹੋ ਸਕਦਾ। ਇਸ ਕਰਕੇ ਉਹਨਾਂ ਦੇ ਵੀ फ़ोन ਟੇਪ ਕਰਵਾਉਂਦੇ ਨੇ ਸਾਰੇ ਪੱਤਰਕਾਰ। ਕੋਈ ਇਹਨਾਂ ਦੀ ਗੋਦੀ ਵਿੱਚ ਨਹੀਂ ਬੈਠੇ ਹੋਏ, ਹਿੰਦੂ ਵੀ ਜਿਹੜੇ ਹੈਗੇ ਨੇ ਵਿੱਚ ਚੰਗੇ ਹੋ ਸਕਦੇ ਨੇ, ਉਹਨਾਂ ਦੀ ਜਸੂਸੀ ਵੀ। ਸੋ ਜਿਹੜਾ ਮੈਂ ਜਿਵੇਂ ਪਹਿਲਾਂ ਆਖਿਆ ਕਿ 2 ਤਰ੍ਹਾਂ ਪੰਜਾਬ ਦੇ ਜਿਹੜੇ ਹੈਗੇ ਨੇ ਸਿੱਖ ਪੱਤਰਕਾਰ ਜਾਂ ਪੰਜਾਬ ਹਿਤੈਸ਼ੀ, ਉਹਨਾਂ ਨੂੰ ਇੱਕ ਵੱਖਰੀ ਕੈਟਾਗਰੀ ਦੇ ਵਜੋਂ ਵੀ ਦੇਖਿਆ ਜਾਂਦਾ ਹੈਗਾ, ਇੱਕ ਵੱਖਰੀ ਸ਼੍ਰੇਣੀ ਵਿੱਚ ਰੱਖਦੇ ਨੇ। ਉਹਦੀ ਵਜ੍ਹਾ
ਉਹਦੀ ਵਜ੍ਹਾ ਇਹ ਹੈਗੀ ਆ ਕਿ ਪੰਜਾਬ ਦੀ ਇਸ ਸਰਜ਼ਮੀਨ ਦੇ ਉੱਪਰ ਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਸਥਾਪਿਤ ਕੀਤਾ ਸੀਗਾ। ਉਹ ਜਿਹੜਾ ਰਾਜ ਹੈਗਾ ਉਹ ਉੱਦਾਂ ਦੇ ਰਾਜ ਕਰਨ ਦੇ ਸੁਪਨੇ ਲੋਕ ਲੈਂਦੇ ਨੇ, ਉੱਦਾਂ ਦਾ ਰਾਜ ਭਾਗ ਦੇਣ ਦੇ ਪੰਜਾਬ ਦੀ ਧਰਤੀ ਦੇ ਉੱਪਰ ਦਾਅਵੇ ਇਹ ਵੀ ਕਰਦੇ ਨੇ, ਬੀਜੇਪੀ ਵਾਲੇ ਵੀ ਕਰਦੇ ਆ, ਕੇਂਦਰ ਸਰਕਾਰ ਵੀ ਕਰਦੀ ਹੈ, ਹੋਰ ਵੱਖ-ਵੱਖ ਸਿਆਸੀ ਪਾਰਟੀਆਂ, ਆਮ ਆਦਮੀ ਪਾਰਟੀ ਵਾਲੇ ਵੀ ਕਰਦੇ ਨੇ। ਪਰ ਕੀ ਭਾਰਤ ਦਾ ਸੰਵਿਧਾਨ ਇਹਦੇ ਦਾਇਰੇ ਵਿੱਚ ਰਹਿੰਦਿਆਂ ਹੋਇਆ ਪੰਜਾਬ ਦੀ ਧਰਤੀ ਦੇ ਉੱਪਰ ਉੱਦਾਂ ਦਾ ਰਾਜ ਸਥਾਪਿਤ ਕੀਤਾ ਜਾ ਸਕਦਾ ਜਿੱਦਾਂ ਦਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਥਾਪਿਤ ਕੀਤਾ ਹੋਇਆ ਸੀਗਾ? ਇਸ ਸਵਾਲ ਦਾ ਜਵਾਬ ਹਰ ਕੋਈ ਦੇ ਸਕਦਾ ਹੈਗਾ, ਦੇਣ ਦੀ ਕੋਸ਼ਿਸ਼ ਵੀ ਜ਼ਰੂਰ ਕਰਨੀ ਚਾਹੀਦੀ ਹੈ। ਕੀ ਇਹ ਸੰਭਵ ਹੈ ਇਸ ਸੰਵਿਧਾਨ ਦੇ ਅੰਡਰ ਉੱਦਾਂ ਦਾ ਰਾਜ ਭਾਗ ਸਥਾਪਿਤ ਹੋਣਾ? ਸੋਚੋ ਥੋੜ੍ਹਾ ਜਿਹਾ, ਸਾਰੇ ਜਣੇ ਸੋਚ ਕੇ ਇਹਦਾ ਜਵਾਬ ਜ਼ਰੂਰ ਦੇਣ ਦੀ ਕੋਸ਼ਿਸ਼ ਕਰਿਓ। ਔਰ ਇਹ ਗੱਲ ਜਦੋਂ ਉਹ ਕਹਿੰਦੇ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਦਿਆਂਗੇ ਤਾਂ ਉਹ ਠੀਕ ਨੇ। ਜਦੋਂ ਅਸੀਂ ਉਹ ਗੱਲ ਕਰਦੇ ਹੈਗੇ ਆ ਤਾਂ ਪੱਤਰਕਾਰ ਵਜੋਂ ਤੇ ਫਿਰ ਉਹਨਾਂ ਨੂੰ ਤਕਲੀਫ ਹੁੰਦੀ ਹੈ। ਉਹਨਾਂ ਨੂੰ ਇਹ ਲੱਗਦਾ ਕਿ ਖਰੇ ਸੱਚੀ ਇਹ ਲੋਕ ਉੱਦਾਂ ਦੇ ਰਾਜ ਦੀ ਗੱਲ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਬੋਲਾਂ ਦੇ ਵਿੱਚੋਂ ਵੀ ਇਹ ਸੱਚਮੁੱਚ ਚਾਹੁੰਦੇ ਆ। ਅਸੀਂ ਤੇ ਇਲੈਕਸ਼ਨ, ਅਸੀਂ ਤੇ ਵੋਟਾਂ ਲੈਣੀਆਂ ਨੇ ਲੋਕਾਂ ਦੀਆਂ, ਅਸੀਂ ਤਾਂ ਲੋਕਾਂ ਨੂੰ ਵਰਗਲਾਉਣੇ ਆ ਸਿਰਫ। ਉਹਨਾਂ ਨੂੰ ਪਤਾ ਆਪਣੀਆਂ ਗੱਲਾਂ ਦਾ ਤੇ ਸਾਡੀਆਂ ਗੱਲਾਂ ਦਾ। ਸੋ ਇਸ ਕਰਕੇ ਜਿਹੜੇ ਪੰਜਾਬ ਹਿਤੈਸ਼ੀ ਲੋਕ ਹੈਗੇ ਨੇ, ਪੰਥ ਹਿਤੈਸ਼ੀ ਲੋਕ ਹੈਗੇ ਨੇ, ਉਹਨਾਂ ਦੀ ਜਸੂਸੀ ਇਸ ਕਰਕੇ ਕਰਵਾਈ ਜਾਂਦੀ ਆ ਕਿਉਂਕਿ ਉਹ ਇਹਨਾਂ ਦੇ ਏਜੰਡੇ ਵਿੱਚ ਜਿੱਥੇ ਰੋੜਾ ਬਣਦੇ ਹੈਗੇ ਨੇ, ਉੱਥੇ ਏਜੰਡੇ ਦੇ ਰਾਹ ਵਿੱਚ ਰੋੜਾ ਬਣਨ ਤੋਂ ਇਲਾਵਾ ਇੱਕ ਜਿਹੜਾ ਵੱਖਰਾ ਮਹਿਲ ਕਦੀ ਹੁੰਦਾ ਸੀਗਾ ਪੰਜਾਬ ਦੀ ਇਸ ਧਰਤੀ ਦੇ ਉੱਪਰ, ਇਹ ਉਹਦੀ ਮੁੜ ਸਥਾਪਤੀ ਵਾਸਤੇ ਵੀ ਆਪਣੇ ਮੂੰਹੋਂ ਬੋਲਦੇ ਨੇ। ਇਸ ਕਰਕੇ ਉਹਨਾਂ ਨੂੰ ਜ਼ਿਆਦਾ ਚੁੱਭਦੇ ਹੈਗੇ ਨੇ ਪੰਜਾਬ ਹਿਤੈਸ਼ੀ ਜਿਹੜੇ ਉੱਦਾਂ ਦਾ ਪੰਜਾਬ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ। ਸੋ ਇਸ ਕਰਕੇ ਉਹ ਜ਼ਿਆਦਾ ਚੁੱਭਦੇ ਨੇ। ਹਾਲਾਂਕਿ ਮੈਂ ਬੇਨਤੀ ਕਰਾਂ ਕਿ ਜਿਹੜੀ ਹੁਣ ਮੈਂ ਗੱਲ ਬੋਲ ਕੇ ਹਟਿਆ, ਉੱਦਾਂ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਭਾਗ ਮੁੜ ਸਥਾਪਿਤ ਭਾਰਤ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਤੇ ਸੰਵਿਧਾਨ ਦੇ ਮੁਤਾਬਕ ਇਹ ਗੱਲ ਬੋਲਣੀ ਵੀ ਗਲਤ ਨਹੀਂ ਹੈਗੀ। ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰਦੇ ਹਾਂ, ਇਸ ਮੁਲਕ ਦੇ ਵਿੱਚ ਰਹਿੰਦੇ ਹਾਂ। ਭਾਰਤ ਦਾ ਜਿਹੜਾ ਸੰਵਿਧਾਨ ਹੈਗਾ ਉਦੋਂ ਬਾਹਰ ਜਾ ਕੇ ਕੋਈ ਵੀ ਗੱਲਬਾਤ ਨਹੀਂ ਕਰਦੇ ਹੈਗੇ, ਪਰ ਫਿਰ ਵੀ ਜਸੂਸੀ ਕਰਵਾਈ ਜਾਂਦੀ ਹੈ ਕਿਉਂਕਿ ਉਹ ਇੱਥੋਂ ਦੇ ਕਾਨੂੰਨ ਤੇ ਸੰਵਿਧਾਨ ਨੂੰ ਉਲੰਘ ਕੇ, ਉਹਨੂੰ ਉਲੰਘ ਕੇ, ਉਹਦੀਆਂ ਹੱਦਾਂ ਤੋੜ ਕੇ ਉਹ ਇੱਕ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਕਰਕੇ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਜ਼ਾਦੀ ਦੀ ਗੱਲ ਕਰਨ ਵਾਲੇ ਵੀ ਲੋਕ ਚੰਗੇ ਨਹੀਂ ਲੱਗਦੇ, ਇਸ ਕਰਕੇ ਜਸੂਸੀ ਕਰਵਾਉਂਦੇ ਆ। ਇਹ ਜਿਹੜੀ ਮੈਂ ਵਿੱਚ ਗੱਲ ਕਹਿ ਕੇ ਹਟਿਆ ਸੀਗਾ ਕਿ ਸਾਡੇ ਫੋਨ ਖੁੱਲ੍ਹੇ ਨੇ, ਸਾਡੇ ਫੋਨ ਹਰ ਵੇਲੇ ਕੋਈ ਵੀ ਆ ਕੇ ਚੈੱਕ ਕਰ ਲਵੇ, ਸਾਡਾ ਗੁਆਂਢੀ ਚੈੱਕ ਕਰ ਲਵੇ, ਸਾਡੇ ਮਹੱਲੇ ਦੇ ਲੋਕ ਆ ਕੇ ਚੈੱਕ ਕਰ ਲੈਣ, ਸ਼ਹਿਰ ਦਾ ਕੋਈ ਵੀ ਵਾਸੀ, ਕਿਸੇ ਵੀ ਸਿਆਸੀ ਪਾਰਟੀ ਦਾ ਲੀਡਰ ਜਦੋਂ ਮਰਜ਼ੀ ਆ ਜਾਵੇ, ਮੇਰਾ ਫੋਨ ਖੁੱਲ੍ਹਾ। ਸਾਡੀ ਜ਼ਿੰਦਗੀ ਬਿਲਕੁਲ ਖੁੱਲ੍ਹੀ ਕਿਤਾਬ ਵਾਂਗਰ ਹੈ, ਸਾਡੇ ਬੈਂਕ ਬੈਲੈਂਸ ਖੁੱਲ੍ਹੀ ਕਿਤਾਬ ਵਾਂਗ ਨੇ, ਸਾਰਾ ਕੁਝ ਖੁੱਲ੍ਹਾ ਹੈਗਾ, ਸਾਡੇ ਖਾਤੇ ਖੁੱਲ੍ਹੇ, ਸਾਰਾ ਕੁਝ ਖੁੱਲ੍ਹਾ ਹੈਗਾ। ਸੋ ਮੈਨੂੰ ਲੱਗਦਾ ਕਿ ਇਹ ਮੈਂ ਗੱਲ ਵੈਸੇ ਕਹਿ ਰਿਹਾ ਹੈਗਾ ਆਪਣੇ ਦੇਸ਼ ਦੇ ਲੋਕਾਂ ਨੂੰ ਦੱਸਣ ਦੇ ਵਾਸਤੇ, ਦੁਨੀਆ ਭਰ ਦੇ ਲੋਕਾਂ ਨੂੰ ਦੱਸਣ ਵਾਸਤੇ ਕਿ ਜਿਨ੍ਹਾਂ ਲੋਕਾਂ ਦੀ ਇਹ ਜਸੂਸੀ ਕਰਵਾਉਂਦੇ ਨੇ ਉਹਨਾਂ ਵਿੱਚ ਮੈਂ ਵੀ ਜੇ ਹੈਗਾ। ਮੈਂ ਦਾਅਵਾ ਕਰਦਾ ਕਿ ਮੇਰੇ ਫੋਨ ਖੁੱਲ੍ਹੇ ਨੇ, ਸਾਡੀ ਜ਼ਿੰਦਗੀ ਇੱਕ ਖੁੱਲ੍ਹੀ ਕਿਤਾਬ ਵਾਂਗ ਹੈ। ਬੰਦੇ ਦਾ ਰਹਿਣ ਸਹਿਣ, ਬੰਦੇ ਦੇ ਤੌਰ ਤਰੀਕੇ, ਬੰਦੇ ਦੀ ਗੱਲਬਾਤ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਬੰਦਾ ਕੀ ਹੈਗਾ। ਹਾਂ, ਮੈਂ ਇਹ ਵੀ ਮੰਨਦਾ ਕਿ ਜਿਹੜੇ ਬਹੁਤ ਸ਼ਾਤਰ ਹੁੰਦੇ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉਹਨਾਂ ਦੇ ਰਹਿਣ ਸਹਿਣ ਤੋਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਪਰ ਜਿਨ੍ਹਾਂ ਨੇ ਜਸੂਸੀ ਕੀਤੀ ਹੈਗੀ ਆ, ਇਹਨਾਂ ਨੇ ਤਾਂ ਕਰਵਾਈ ਆ ਨਾ, ਭਾਰਤ ਸਰਕਾਰ ਨੇ ਤਾਂ ਮੰਨ ਲਓ ਕਰਵਾਈ ਹੈ। ਹੁਣ ਜਿਨ੍ਹਾਂ ਨੇ ਕੀਤੀ ਹੋਊਗੀ ਬੈਠ ਕੇ, ਮੈਂ ਕਹਿੰਦਾ ਕਿ ਹੁਣ ਮੈਨੂੰ ਪਤਾ ਨਹੀਂ ਕੌਣ ਹੈਗੇ ਨੇ ਉਹ ਕਿਹੜੇ, ਪਰ ਸਾਡੇ ਵਰਗੇ ਇਨਸਾਨ ਹੀ ਹੋਣਗੇ ਇਹ। ਮੈਂ ਪੂਰੇ ਯਕੀਨ ਨਾਲ ਇਹ ਗੱਲ ਕਹਿ ਸਕਦਾ ਕਿ ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਪਤਾ ਲੱਗਾ ਹੋਊਗਾ ਕਿ ਭੁਪਿੰਦਰ ਸਿੰਘ ਕੀ ਕਰਦਾ, ਭੁਪਿੰਦਰ ਸਿੰਘ ਕਿੰਨੇ ਵਜੇ ਸੌਂਦਾ, ਕਿੰਨੇ ਵਜੇ ਉੱਠਦਾ, ਕਿੱਥੇ ਕਿੱਥੇ ਜਾਂਦਾ, ਕਿਹਨਾਂ ਲੋਕਾਂ ਨੂੰ ਮਿਲਦਾ, ਕਿੱਦਾਂ ਦੀਆਂ ਗੱਲਾਂ ਕਰਦਾ। ਆਪਣੇ ਕੈਮਰੇ ਦੇ ਮੂਹਰੇ ਬਹਿ ਕੇ ਜਿਹੜੀਆਂ ਗੱਲਾਂ ਕਰਦੇ ਆ ਉਹ ਤਾਂ ਚਲੋ ਦੀਦੀਆਂ ਹੀ ਨੇ, ਜਿਹੜਾ ਫੋਨ ਦੇ ਰਾਹੀਂ ਜਾਂ ਹੋਰ ਨਿੱਜੀ ਜ਼ਿੰਦਗੀ, ਘਰ ਦੇ ਵਿੱਚ ਕਿਵੇਂ ਰਹਿੰਦੇ ਹੈਗੇ ਆ, ਕਿੰਨੇ ਕੁ ਪੈਸੇ ਹੈਗੇ ਆ, ਘਰ ਦੇ ਵਿੱਚ ਕਿਹੜੀ ਇੱਕ ਸਬਜ਼ੀ ਲੈ ਕੇ ਆਉਣੀ ਹੋਵੇ ਨਾ, ਜੇ 3 ਸਬਜ਼ੀਆਂ ਲੈ ਕੇ ਆਉਣੀਆਂ ਤੇ ਕਈ ਵਾਰੀ ਸੋਚੀਦਾ ਵੀ 2 ਹੀ ਲੈ ਆਉਣੇ, ਚਲੋ ਤੀਜੀ ਕੋਈ ਨਹੀਂ, ਪਰਸੋਂ ਨੂੰ ਬਣਾਉਣੀ ਆ, ਪਰਸੋਂ ਤੱਕ ਕੋਈ ਗੱਲ ਨਹੀਂ, ਫਿਰ ਵੇਖੀ ਜਾਓ, ਕੋਈ ਏਡੀ ਗੱਲ ਨਹੀਂ ਹੈਗੀ ਤੇ ਬੋਝੇ 'ਚ ਪੈਸੇ ਬਹੁਤੇ ਨਹੀਂ ਹੈਗੇ। ਹੁਣ ਜਿਨ੍ਹਾਂ ਨੇ ਉਹ ਕੀਤੀ ਆ ਸਾਰੀ ਜਸੂਸੀ, ਉਹਨਾਂ ਨੂੰ ਤਾਂ ਪਤਾ ਹੋਊਗਾ ਨਾ ਇਹਨਾਂ ਗੱਲਾਂ ਦਾ। ਘਰ ਕਿਵੇਂ ਬਣਾਇਆ ਹੈਗਾ, ਬੈਂਕ ਤੋਂ ਲੋਨ ਲੈ ਕੇ ਬਣਾਇਆ ਜਾਂ ਲੋਕਾਂ ਨੂੰ ਠੱਗ ਕੇ ਪੈਸੇ ਇਕੱਠੇ ਕਰਕੇ ਬਣਾਇਆ ਹੈਗਾ, ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਪਤਾ ਹੋਊਗਾ। ਹੁਣ ਮੈਂ ਵੇਖ ਰਿਹਾ ਸੀਗਾ ਕਿ ਦਾ ਪ੍ਰਿੰਟ ਦੇ ਵਿੱਚ ਜਦੋਂ ਇਹ ਖਬਰ ਛਪੀ ਹੈਗੀ ਆ, ਜਿਹਦੇ ਵਿੱਚ ਮੇਰਾ ਨਾਮ ਉਸ ਲਿਸਟ ਦੇ ਵਿੱਚ ਆਇਆ ਹੈਗਾ, ਉਹਦੇ ਥੱਲੇ ਮੈਂ ਵੇਖ ਰਿਹਾ ਸੀ ਕੁਝ ਲੋਕ ਕਮੈਂਟ ਕਰਦੇ ਸੀਗੇ ਜਿਨ੍ਹਾਂ ਨੂੰ ਦੇਸ਼ ਭਗਤੀ ਦਾ ਸਰੂਰ ਚੜਿਆ ਹੋਇਆ, ਅੰਨਾ ਸਰੂਰ ਚੜਿਆ ਹੋਇਆ। ਦੇਸ਼ ਭਗਤੀ ਦਾ ਸਰੂਰ ਕੀ ਹੁੰਦਾ ਹੈਗਾ ਸ਼ਾਇਦ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਅਸੀਂ ਇਸ ਦੇਸ਼ ਨੂੰ ਤੋੜਨ ਦੀ ਕਦੀ ਵੀ ਗੱਲ ਨਹੀਂ ਕੀਤੀ ਹੈਗੀ। ਅਸੀਂ ਆਪਣੇ ਆਪ ਨੂੰ ਕਹਿੰਦੇ ਦੇਸ਼ ਭਗਤ ਤਾਂ ਅਸੀਂ ਆ, ਜਿਹੜੇ ਬਾਰ-ਬਾਰ ਇੱਕ ਵਾਰ ਨਹੀਂ, ਰੋਜ਼ ਪਤਾ ਨਹੀਂ ਦਿਹਾੜੀ ਵਿੱਚ ਕਿੰਨੀ ਵਾਰ ਕਹਿੰਦੇ ਹੈਗੇ ਆ ਕਿ ਇਸ ਮੁਲਕ ਦੇ ਵਿੱਚ ਕਿੰਨੇ ਲੋਕ ਭੁੱਖੇ ਸੌਂਦੇ ਨੇ। ਸਾਨੂੰ ਉਹਨਾਂ ਲੋਕਾਂ ਦੀ ਫਿਕਰ ਹੈ
ਸਾਨੂੰ ਇਸ ਦੇਸ਼ ਦੇ ਲੋਕਾਂ ਦੀ ਫਿਕਰ ਹੈ। ਦੇਸ਼ ਭਗਤ ਕੌਣ ਹੋਇਆ ਦੱਸੋ ਭਲਾ ਜੀ? ਅਸੀਂ ਹੋਏ ਜਾਂ ਉਹ ਹੋਏ? ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਇੱਕ ਰਾਸ਼ਟਰ ਇੱਕ ਝੰਡਾ, ਜਿਹੜੇ ਲੋਕ ਦੂਜੇ ਇਸ ਦੇਸ਼ ਦੇ ਨਾਗਰਿਕ ਜਿਹੜੇ ਦੂਜੀਆਂ ਹੋਰ ਕੌਮਾਂ ਦੇ ਹੈਗੇ ਨੇ ਉਹਨਾਂ ਨੂੰ ਨਿਗਲ ਜਾਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਨਿਗਲ ਹੋਣ ਦੇਣਾ ਨਹੀਂ ਚਾਹੁੰਦੇ ਹੈਗੇ। ਕੌਣ ਦੇਸ਼ ਭਗਤ ਹੋਇਆ ਦੱਸੋ ਜੀ? ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਹੈ, ਭਾਈ ਵਾਲੀ ਗੱਲ ਤਾਂ ਅਸੀਂ ਕਰਦੇ ਹਾਂ, ਉਹ ਤੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਜਿਹੜੇ ਕਰਦੇ ਨੇ। ਦੱਸੋ ਦੇਸ਼ ਭਗਤ ਕੌਣ ਹੋਇਆ ਭਲਾ? ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਕਿ ਜਿਹੜੇ ਇਹ ਪੰਜਾਬ ਦੇ 2 ਪੱਤਰਕਾਰ ਹੈਗੇ ਨੇ ਨਾ, ਇਹਨਾਂ ਨੂੰ ਜੇਲ੍ਹ ਸੁੱਟ ਦਿਓ, ਇਹਨਾਂ ਨੂੰ ਪਾਕਿਸਤਾਨ ਭੇਜ ਦਿਓ, ਇਹਨਾਂ ਨੂੰ ਇਹ ਖਰੇ ISI ਦੇ ਏਜੰਟ ਬਣਨਾ ਚਾਹੁੰਦੇ ਨੇ। ਹੱਦ ਹੋ ਗਈ, ਕਮਾਲ ਹੋ ਗਈ ਤੁਹਾਡੀ। ਮੈਂ ਵੇਖ ਰਿਹਾ ਹੈਗਾ ਕਿ ਸਾਡੇ ਦੇਸ਼ ਦੀ ਆਵਾਮ, ਸਾਡੇ ਦੇਸ਼ ਦੇ ਲੋਕ, ਆਪਾਂ ਕਹਿੰਦੇ ਜ਼ਰੂਰ ਹੈਗੇ ਆ ਕਿ ਕਿਹੜੀ ਸਦੀ ਵਿੱਚ ਘੁੰਮ ਰਹੇ ਹੈਗੇ ਆਪਾਂ, ਔਰ ਕਿੱਦਾਂ ਦਾ ਮੀਡੀਆ, ਸੋਸ਼ਲ ਮੀਡੀਆ ਨੇ ਬੜੀ ਜਾਗਰਤੀ ਲੈ ਆਂਦੀ ਹੈਗੀ ਆ। ਸੋਸ਼ਲ ਮੀਡੀਆ ਨੇ ਜਾਗਰਤੀ ਕਿੰਨੀ ਕੁ ਲੈ ਆਂਦੀ ਹੈਗੀ ਆ? 2 ਤਰ੍ਹਾਂ ਦੇ ਲੋਕ ਕਮੈਂਟ ਕਰਦੇ ਹੋ ਸਕਦੇ ਨੇ। ਇੱਕ ਤੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਕਿ ਸਰਕਾਰੀ ਬੰਦੇ ਹੀ ਹੈਗੇ ਨੇ ਜੋ ਉਹਨਾਂ ਨੇ ਪੇਡ ਪੈਸੇ ਦੇ ਕੇ ਛੱਡੇ ਹੋਏ ਨੇ ਕਿ ਤੁਸੀਂ ਇੱਦਾਂ ਦੇ ਕਮੈਂਟ ਕਰੋ ਤੇ ਇੱਦਾਂ ਦੀਆਂ ਪੋਸਟਾਂ ਪਾਓ, ਇੱਕ ਉਹ ਲੋਕ। ਦੂਜੇ ਪਾਸੇ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੈਗਾ ਕਿ ਦੇਸ਼ ਦੇ ਵਿੱਚ ਵੱਡੀ ਗਿਣਤੀ ਵਿੱਚ ਉਹ ਲੋਕ ਵੀ ਜ਼ਰੂਰ ਹੈਗੇ ਨੇ ਜਿਹੜੇ ਇੱਦਾਂ ਦੇ ਕਮੈਂਟ ਕਰਦੇ ਨੇ। ਉਹਨਾਂ ਨੂੰ ਹਾਲੇ ਤੱਕ ਵੀ ਦੇਸ਼ ਦੇ ਹੁਕਮਰਾਨਾਂ ਦੇ ਇਰਾਦੇ, ਉਹਨਾਂ ਦੇ ਇਰਾਦਿਆਂ ਦੀ ਸਮਝ ਨਹੀਂ ਆ ਸਕੀ ਹੈਗੀ। ਸਿੱਖ ਕਦੀ ਵੀ ਇੱਦਾਂ ਦੀ ਗੱਲ ਨਹੀਂ ਕਹਿੰਦਾ ਹੈਗਾ ਕਿ ਅਸੀਂ ਖਾਲਸਾ ਰਾਜ ਸਥਾਪਿਤ ਕਰਨਾ ਹੈ, ਭਾਵੇਂ ਦੇਸ਼ ਦੇ ਲੋਕ ਭੁੱਖੇ ਰਹਿਣ ਤੇ ਭਾਵੇਂ ਸਾਡੇ ਰਾਜ ਵਿੱਚ ਰਹਿਣ ਵਾਲੇ ਲੋਕਾਂ ਨੂੰ ਨੌਕਰੀ ਮਿਲੇ ਤੇ ਚਾਹੇ ਨਾ ਮਿਲੇ। ਸਿੱਖ ਕਦੀ ਵੀ ਇੱਦਾਂ ਦੇ ਰਾਜ ਦੀ ਕਲਪਨਾ ਨਹੀਂ ਕਰਦਾ ਹੈਗਾ ਕਿ ਸਾਡੇ ਰਾਜ ਦੇ ਵਿੱਚ ਅਸੀਂ ਦੂਜਿਆਂ ਨੂੰ ਨਹੀਂ ਰਹਿਣ ਦੇਣਾ ਹੈਗਾ, ਅਸੀਂ ਹਿੰਦੂਆਂ ਨੂੰ, ਅਸੀਂ ਮੁਸਲਮਾਨਾਂ ਨੂੰ, ਅਸੀਂ ਜਨੇਊ ਜੇ ਕੋਈ ਪਾਉਂਦਾ ਹੈਗਾ ਅਸੀਂ ਉਹਨੂੰ ਨਹੀਂ ਰਹਿਣ ਦੇਣਾ। ਖਾਲਸਾ ਰਾਜ, ਜੇ ਕਦੀ ਖਾਲਸਾ ਰਾਜ ਦੇ ਕਿਸੇ ਨੇ ਦਰਸ਼ਨ ਕਰਨੇ ਹੋਣ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਭਾਗ ਦੇ ਦਰਸ਼ਨ ਕੀਤੇ ਜਾ ਸਕਦੇ ਨੇ। ਇਤਿਹਾਸ ਪੜ੍ਹ ਕੇ ਵੇਖਿਆ ਜਾ ਸਕਦਾ ਹੈ। ਜਿੱਥੇ ਗੁਰੂ ਘਰ ਉਸਾਰਿਆ ਗਿਆ, ਮੰਦਿਰ ਵੀ ਉਸਾਰਿਆ ਗਿਆ। ਜਿੱਥੇ ਗੁਰੂ ਘਰ ਉਸਾਰਿਆ ਗਿਆ ਨਾਲ ਸਕੂਲ ਉਸਾਰਿਆ ਗਿਆ, ਜਿੱਥੇ ਮੰਦਿਰ ਉਸਾਰਿਆ ਗਿਆ ਨਾਲ ਸਕੂਲ ਉਸਾਰਿਆ ਗਿਆ। ਉਸ ਰਾਜ ਦੇ ਵਿੱਚ ਕਿਸੇ ਦਾ ਜਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ, ਨਾ ਜਬਰੀ ਧਰਮ ਤਬਦੀਲ ਕੀਤਾ ਗਿਆ ਤੇ ਨਾ ਕਿਸੇ ਪਲੈਨਿੰਗ ਦੇ ਤਹਿਤ ਕੀਤਾ ਗਿਆ ਵੀ ਲੋਕਾਂ ਨੂੰ ਵਰਗਲਾਉਣਾ ਕਿੱਦਾਂ ਹੈਗਾ ਆ, ਮਾਹੌਲ ਆਸੇ-ਪਾਸੇ ਕਿੱਦਾਂ ਦਾ ਪੈਦਾ ਕਰਨਾ ਹੈਗਾ ਵੀ ਲੋਕ ਆਪਣੇ ਆਪ ਹੀ ਉਹ ਧਰਮ ਛੱਡ ਦੇਣ ਜਿਹੜਾ ਉਹਨਾਂ ਦਾ ਹੈਗਾ ਤੇ ਦੂਜਾ ਧਰਮ ਅਪਣਾ ਲੈਣ। ਉਸ ਰਾਜ ਦੇ ਵਿੱਚ ਇੱਦਾਂ ਨਹੀਂ ਹੋਇਆ। ਉਸ ਰਾਜ ਦੇ ਵਿੱਚ ਕੋਈ ਵੀ ਭੁੱਖਾ ਨਹੀਂ ਸੁੱਤਾ। ਉਸ ਰਾਜ ਦੇ ਵਿੱਚ ਇੱਦਾਂ ਦੇ ਕੰਮ ਨਹੀਂ ਹੋਏ ਜਿਹਦੀ ਵਜ੍ਹਾ ਕਰਕੇ ਹੁਕਮਰਾਨਾਂ ਨੇ ਕੋਈ ਇੱਦਾਂ ਦਾ ਕੰਮ ਨਹੀਂ ਕੀਤਾ ਜਿਹਦੀ ਵਜ੍ਹਾ ਕਰਕੇ ਆਮ ਲੋਕਾਂ ਨੂੰ ਪ੍ਰੋਟੈਸਟ ਕਰਨੇ ਪੈਂਦੇ ਜਾਂ ਆਮ ਲੋਕਾਂ ਨੂੰ ਸੜਕਾਂ ਦੇ ਉੱਪਰ ਸਰਕਾਰਾਂ ਦੇ ਖਿਲਾਫ ਸੰਘਰਸ਼ ਵਿੱਢਣੇ ਪੈਂਦੇ। ਨਹੀਂ ਹੋਇਆ ਇੱਦਾਂ ਦਾ ਕੋਈ ਵੀ ਕੰਮ। ਅੱਜ ਹੁੰਦਾ ਹੈ। ਮੈਂ ਜਿਹੜੇ ਦੇਸ਼ ਦੇ ਲੋਕ ਇਹ ਗੱਲ ਕਹਿੰਦੇ ਹੈਗੇ ਆ ਕਿ ਜਿਹਨਾਂ ਪੱਤਰਕਾਰਾਂ ਦੀ ਜਸੂਸੀ ਕਰਵਾਈ ਗਈ ਹੈਗੀ ਆ ਵੀ ਇਹ ਲੋਕ ਘਰੇ ਚੰਗੇ ਨਹੀਂ ਹੈਗੇ, ਇਹਨਾਂ ਨੂੰ ਪਾਕਿਸਤਾਨ ਭੇਜ ਦਿਓ, ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਜੇ ਤੁਹਾਨੂੰ ਸੱਚੀ ਲੱਗਦਾ ਹੈਗਾ ਕਿ ਇਹ ਬੰਦੇ ਚੰਗੇ ਨਹੀਂ ਹੈਗੇ ਵੀ ਇਹਨਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿਓ ਤਾਂ ਠੀਕ ਹੈ ਭਾਈ, ਤੁਸੀਂ ਆਪਣੇ ਦੇਸ਼ ਦੇ ਹੁਕਮਰਾਨਾਂ ਨੂੰ ਕਹੋ ਕਿ ਭੇਜ ਦਿਓ ਇਹਨਾਂ ਨੂੰ ਕੈਨੇਡਾ ਤੇ ਅਮਰੀਕਾ, ਛੱਡ ਦਿਓ ਮੁਲਕ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਚੰਗੇ ਨਹੀਂ ਹੈਗੇ, ਭੇਜ ਦਿਓ ਸਾਨੂੰ ਅਮਰੀਕਾ ਕੈਨੇਡਾ ਭੇਜ ਦਿਓ। ਪਰ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂ ਜੇ ਸਾਡੇ ਵਰਗੇ ਲੋਕਾਂ ਨੂੰ ਤੁਸੀਂ ਕੈਨੇਡਾ ਅਮਰੀਕਾ, ਤੁਸੀਂ ਕਹਿੰਦੇ ਪਾਕਿਸਤਾਨ ਭੇਜ ਦਿਓ, ਇਹਨਾਂ ਲੋਕਾਂ ਨੂੰ ਤੁਸੀਂ ਆਪਣੇ ਮੁਲਕ ਦੇ ਵਿੱਚੋਂ ਕੱਢ ਦੋਗੇ ਤਾਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਸ਼ੁਰੂ ਗੱਲ ਕੀਤੀ ਸੀਗੀ। ਤੁਸੀਂ ਵੀ ਕਹਿੰਦੇ ਹੋ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਤਿਕਾਰ ਕਰਦੇ ਹਾਂ। ਕਾਹਦਾ ਸਤਿਕਾਰ ਹੈ ਭਲਾ? ਗੁਰੂ ਸਾਹਿਬ ਜੀ ਤਾਂ ਜੇ ਉਹਨਾਂ ਦਾ ਸਿੱਖ ਗੁਰੂ ਸਾਹਿਬ ਜੀ ਦੇ ਉੱਪਰ ਵੀ ਸਵਾਲ ਕਰਦਾ ਹੈਗਾ ਤਾਂ ਗੁਰੂ ਸਾਹਿਬ ਜੀ ਜੀ ਆਇਆਂ ਕਹਿੰਦੇ ਨੇ। ਠੀਕ ਹੈ ਜੀ, ਤੁਹਾਡੇ ਸਵਾਲ ਦਾ ਸਵਾਗਤ ਹੈ, ਮੈਂ ਉਹਦਾ ਜਵਾਬ ਦਿੰਦਾ। ਇੱਥੋਂ ਦੇ ਹੁਕਮਰਾਨ ਤੇ ਸਵਾਲ ਪਸੰਦ ਹੀ ਨਹੀਂ ਕਰਦੇ ਹੈਗੇ। ਤੁਸੀਂ ਕਦੀ ਸੋਚ ਕੇ ਵੇਖੋ ਤਾਂ ਸਹੀ, ਇੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਨੇ ਕਦੀ ਕੋਈ ਇੱਦਾਂ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਪੱਤਰਕਾਰ ਇਹਦਾ ਸਾਹਮਣੇ ਬੈਠਣ ਤੇ ਨਰਿੰਦਰ ਮੋਦੀ ਸਾਹਮਣੇ ਬੈਠਣ ਤੇ ਬੈਠ ਕੇ ਸਵਾਲ ਕਰਨ ਪੱਤਰਕਾਰ ਤੇ ਜਵਾਬ ਦੇਣ ਨਰਿੰਦਰ ਮੋਦੀ? ਕਦੀ ਇੱਦਾਂ ਹੋਇਆ ਭਲਾ 6 ਵਰ੍ਹਿਆਂ ਦੇ ਵਿੱਚ? ਤੁਸੀਂ ਜਵਾਬ ਦਿਓ। ਮੈਂ ਇਹਦਾ ਜਵਾਬ ਨਹੀਂ ਦੇਣਾ ਚਾਹੂੰਗਾ, ਤੁਸੀਂ ਦਿਓ ਜਵਾਬ। ਔਰ ਜਦੋਂ ਤੁਸੀਂ ਆਪਾਂ ਅੰਨੇ ਭਗਤ ਬਣ ਕੇ ਕਿਸੇ ਵੀ ਸਰਕਾਰ, ਕਿਸੇ ਵੀ ਪਾਰਟੀ, ਕਿਸੇ ਵੀ ਧਿਰ ਦੇ ਨਾਲ ਆਪਾਂ ਉਹਦੇ ਪਿੱਛੇ ਲੱਗਦੇ ਹੈਗੇ ਆ ਤਾਂ ਇਹ ਗੱਲ ਕੋਈ ਚੰਗੀ ਨਹੀਂ ਹੁੰਦੀ ਹੈਗੀ। ਹੁਕਮਰਾਨ ਚਾਹੁੰਦੇ ਹੁੰਦੇ ਨੇ, ਇੱਦਾਂ ਹੀ ਚਾਹੁੰਦੇ ਹੁੰਦੇ ਨੇ ਕਿ ਲੋਕ ਚੁੱਪਚਾਪ ਅੱਖਾਂ ਬੰਦ ਕਰਕੇ, ਮੂੰਹ ਬੰਦ ਕਰਕੇ ਸਾਡੇ ਪਿੱਛੇ ਲੱਗੇ ਰਹਿਣ ਤੇ ਕੰਨ ਖੋਲ੍ਹ ਕੇ ਰੱਖਣ ਬਸ ਮਾੜੇ ਮੋੜੇ, ਵੀ ਸਾਡੀ ਆਵਾਜ਼ ਆਪਣੇ ਕੰਨਾਂ ਰਾਹੀਂ ਸੁਣਦੇ ਰਹਿਣ। ਕਿਉਂਕਿ ਅਸੀਂ ਕਦੀ ਕਦੀ ਆਪਣੇ ਮਨ ਕੀ ਬਾਤ ਕਰਨੀ ਹੁੰਦੀ ਹੈ। ਜਨ ਕੀ ਬਾਤ ਭਾਵੇਂ ਕਰਨ ਤੇ ਭਾਵੇਂ ਉਹ ਨਾ ਕਰਨ। ਪੈਟਰੋਲ ਕਿੰਨਾ ਮਹਿੰਗਾ ਹੋ ਗਿਆ ਜੀ, ਤੁਸੀਂ ਦੱਸੋ। ਹੁਣ ਪੱਤਰਕਾਰ ਵਜੋਂ ਸਵਾਲ ਕਰਦਿਆਂ, ਗੱਲ ਕਰਦਿਆਂ ਤੇ ਕੀ ਇਹ ਵਾਜਬ ਨਹੀਂ ਹੈਗਾ? ਜਿਹੜੇ ਕਹਿੰਦੇ ਕਿ ਇਹਨਾਂ ਨੂੰ ਭੇਜ ਦਿਓ ਪਾਕਿਸਤਾਨ, ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਅਸੀਂ ਪੱਤਰਕਾਰੀ ਕਿੱਦਾਂ ਦੀ ਕਰਦੇ ਹਾਂ ਭਲਾ? ਕੇਵਲ ਜਸੂਸੀ ਸਾਡੀ ਉਹਨਾਂ ਨੇ ਕਰ ਲਈ ਤੇ ਤੁਸੀਂ ਕਹਿੰਦੇ ਕਿ ਇਹਨਾਂ ਨੂੰ ਪਾਕਿਸਤਾਨ ਭੇਜ ਦਿਓ। ਹੱਦ ਹੋ ਗਈ ਯਾਰ ਤੁਹਾਡੇ ਵਾਲੀ ਵੀ, ਹੈ ਨਾ। ਅਸੀਂ ਗੱਲ ਕੀ ਆਹ ਗੱਲ ਕਰਨੀ ਗੁਨਾਹ ਹੈ ਕਿ ਪੈਟਰੋਲ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ? ਤੁਸੀਂ ਵੀ ਤਾਂ ਗੱਡੀਆਂ 'ਚ ਤੇਲ ਪਵਾਉਣਾ ਹੀ ਹੋ, ਸਕੂਟਰ ਮੋਟਰਸਾਈਕਲ ਕੁਛ ਤਾਂ ਹੋਊਗਾ ਹੀ ਤੁਹਾਡੇ ਕੋਲ ਜਿਹੜੇ ਤੁਸੀਂ ਕਹਿੰਦੇ ਕਿ ਇਹਨਾਂ ਨੂੰ ਉੱਧਰ ਭੇਜ ਦਿਓ। ਸੋ ਮੈਨੂੰ ਲੱਗਦਾ ਕਿ ਸੰਭਲੋ, ਆਪਣੇ ਆਪ ਨੂੰ ਸਮਝੋ।
ਕੱਲੇ ਕਿਸੇ ਦੇ ਸਿਰ ਦੇ ਉੱਪਰ ਕੋਈ ਪੱਗ ਬੰਨੀ ਹੋਈ ਦੇਖ ਕੇ ਅੰਦਾਜ਼ਾ ਨਾ ਲਾ ਲਿਆ ਕਰੋ ਵੀ ਇਹ ਪਤਾ ਨਹੀਂ ਖਰੇ ਚੰਗਾ ਨਹੀਂ ਹੈਗਾ। ਐਦਾਂ ਦੀਆਂ ਗੱਲਾਂ 'ਚੋਂ ਬਾਹਰ ਆ ਜਾਓ। ਉਹ ਦੇਸ਼, ਉਹਨਾਂ ਲੋਕਾਂ ਨੇ, ਉਹਨਾਂ ਹੁਕਮਰਾਨਾਂ ਨੇ ਤੁਹਾਨੂੰ ਵੰਡ ਕੇ ਰੱਖ ਦਿੱਤਾ, ਉਹਨਾਂ ਨੇ ਤੁਹਾਨੂੰ ਵੰਡ ਦਿੱਤਾ। ਮੁਸਲਮਾਨ ਚੰਗਾ ਨਹੀਂ ਹੁੰਦਾ ਹੈਗਾ ਖਰੇ, ਜਿਹੜੇ ਫਿਰਕੂ ਪ੍ਰਸਤ ਲੋਕ ਹੈਗੇ ਨੇ ਜਾਂ ਫਿਰਕਾ ਪ੍ਰਸਤ ਸਰਕਾਰਾਂ ਜਾਂ ਸਿਆਸੀ ਪਾਰਟੀਆਂ, ਉਹਨਾਂ ਨੇ ਵੰਡ ਕੇ ਰੱਖ ਦਿੱਤਾ ਤੁਹਾਨੂੰ। ਤੁਸੀਂ ਇਹਨਾਂ ਵੰਡੀਆਂ ਤੋਂ ਉੱਪਰ ਹੋ ਜਾਓ। ਅਸੀਂ ਸਿੱਖ ਕਦੀ ਵੀ ਇਦਾਂ ਨਹੀਂ ਕਹਿੰਦੇ ਹੈਗੇ ਕਿ ਜਿਹਨੇ ਸਿਰ ਦੇ ਉੱਪਰ ਪੱਗ ਬੰਨੀ ਹੋਈ ਹੈ ਉਹ ਜਿਹੜੀ ਗੱਲ ਆਪਣੇ ਮੂੰਹੋਂ ਕੱਢਦਾ ਠੀਕ ਹੀ ਕੱਢਦਾ ਹੋਊਗਾ। ਉਹ ਅਸੀਂ ਕਦੇ ਵੀ ਨਹੀਂ ਸੋਚਦੇ ਇਹਦੇ। ਅਸੀਂ ਆਪਣੇ ਡੇਰੇ ਜਿਹੜੇ ਹੈਗੇ ਨੇ ਸਾਡੇ ਸਿੱਖੀ ਦੇ ਨਾਂ ਦੇ ਉੱਪਰ ਬਣੇ ਹੋਏ ਆ, ਅਸੀਂ ਉਹਨਾਂ ਦੀ ਵੀ ਪਛਾਣ ਕੀਤੀ ਹੋਈ ਹੈ। ਅਸੀਂ ਸਿਰਾਂ ਦੇ ਉੱਪਰ ਜਿਹਨਾਂ ਨੇ ਪੱਗਾਂ ਬੰਨੀਆਂ ਹੋਈਆਂ ਨੇ, ਪੱਤਰਕਾਰ ਨੇ, ਅਸੀਂ ਉਹਨਾਂ ਦੀ ਪਹਿਚਾਣ ਵੀ ਭਲੀ ਭਾਂਤ ਕਰਦੇ ਹਾਂ। ਅਸੀਂ ਨਹੀਂ ਕਹਿੰਦੇ ਕਿ ਉਹਨਾਂ ਦੀ ਹਾਂ 'ਚ ਹਾਂ ਮਿਲਾਈ ਚਲੋ ਨਾ, ਇੱਦਾਂ ਇਹ ਠੀਕ ਗੱਲ ਨਹੀਂ ਹੈਗੀ। ਇਹ ਇੱਥੇ ਤੁਸੀਂ ਨਿੱਤ ਵੇਖਦੇ ਹੋਵੋਗੇ ਕਿ ਸਿੱਖ ਆਪਣੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸਿਰਾਂ ਦੇ ਉੱਪਰ ਪੱਗਾਂ ਬੰਨੀਆਂ ਹੋਈਆਂ ਨੇ ਰੱਜ ਕੇ ਵਿਰੋਧ ਕਰਦੇ ਆ ਉਹਨਾਂ ਦਾ, ਕਿਉਂਕਿ ਸਿੱਖਾਂ ਨੂੰ ਪਤਾ ਹੈਗਾ ਕਿ ਪੱਗਾਂ ਜ਼ਰੂਰ ਇਹਨਾਂ ਨੇ ਸਿਰ ਦੇ ਉੱਪਰ ਬੰਨੀਆਂ ਹੋਈਆਂ ਨੇ, ਪਰ ਇਹ ਸਾਡੇ ਹਮਾਇਤੀ, ਸਾਡੇ ਹਿਤੈਸ਼ੀ ਨਹੀਂ ਹੈਗੇ। ਇੱਦਾਂ ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਵੀ, ਜੇ ਕਿਸੇ ਨੇ ਜਨੇਊ ਪਾਇਆ ਹੋਇਆ ਕਿਸੇ ਵੀਰ ਨੇ, ਜੇ ਕੋਈ ਹਿੰਦੂ ਧਰਮ ਦਾ ਸੱਜਣ ਵੀਰ ਭੈਣ ਹੈਗਾ, ਜੇ ਕੋਈ ਮੁਸਲਮਾਨ ਭਾਈਚਾਰਾ ਦਾ ਹੈਗਾ, ਜੇ ਕੋਈ ਈਸਾਈ ਹੈਗਾ, ਬੋਧੀ, ਜੈਨੀ, ਪਾਰਸੀ, ਅੰਨੇ ਬਣ ਕੇ ਨਹੀਂ ਵੀ ਮੈਂ ਹਿੰਦੂ ਹਾਂ ਤੇ ਜਿਹੜਾ ਮੇਰਾ ਹੁਕਮਰਾਨ ਹੈਗਾ ਜੇ ਉਹ ਵੀ ਹਿੰਦੂ ਆ ਤੇ ਉਹਨੇ ਜੋ ਕਹਿਤਾ ਠੀਕ ਹੀ ਠੀਕ ਹੈਗਾ। ਜੇ ਤੁਸੀਂ ਇੱਦਾਂ ਕਰੋਗੇ ਤਾਂ ਇਸ ਮੁਲਕ ਨੂੰ ਤਬਾਹ ਕਰਵਾ ਕੇ ਬਹਿ ਜਾਓਗੇ। ਆਪਾਂ ਸਾਰੇ ਕਹਿੰਦੇ ਹਾਂ, ਤੁਸੀਂ ਵੀ ਕਹਿੰਦੇ ਹੋ ਕਿ ਫੁੱਲਵਾੜੀ ਵਿੱਚ ਕੀ ਹੁੰਦਾ ਭਲਾ? ਤਰ੍ਹਾਂ ਤਰ੍ਹਾਂ ਦੇ ਫੁੱਲ ਬਾਗ ਦੇ ਵਿੱਚ ਇੱਦਾਂ ਹੀ ਹੁੰਦਾ ਹੈਗਾ। ਬਗੀਚੇ, ਬਾਗ ਬਗੀਚੇ ਇੱਦਾਂ ਦੇ ਹੀ ਚੰਗੇ ਲੱਗਦੇ ਹੁੰਦੇ ਨੇ। ਸਿੱਖ ਜਿਹੜੇ ਆਪਣੇ ਰਾਜ ਭਾਗ ਦੀ ਗੱਲ ਕਰਦੇ ਆ ਨਾ, ਸਿੱਖ ਇੱਦਾਂ ਦਾ ਹੀ ਬਗੀਚਾ ਕਹਿੰਦੇ ਆ ਵੀ ਅਸੀਂ ਉਹ ਸਾਡਾ ਹੋਊਗਾ। ਕਹਿੰਦੇ ਨਹੀਂ ਹੈਗੇ ਪਹਿਲਾਂ ਇੱਦਾਂ ਦਾ ਹੋਇਆ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਬਾਰ-ਬਾਰ ਮੈਂ ਗੱਲ ਕਰਦਾ, ਸਿੱਖ ਉੱਦਾਂ ਦੇ ਰਾਜ ਦੀ ਗੱਲ ਕਰਦੇ ਹੈਗੇ ਆ, ਉਹ ਉਸੇ ਹੀ ਰਾਜ ਦੀ ਮੁੜ ਬਹਾਲੀ ਦੀ ਗੱਲ ਕਰਦੇ ਆ। ਇਹ ਫੈਸਲਾ ਦੇਸ਼ ਦੇ ਲੋਕੋ ਤੁਸੀਂ ਕਰਨਾ ਹੈਗਾ। ਮੈਂ ਜਿਹੜਾ ਸੰਬੋਧਨ ਹੋਇਆ ਹੈਗਾ ਮਾੜਾ ਮੋਟਾ ਨਿਮਾਣਾ ਜਿਹਾ ਪੱਤਰਕਾਰ, ਮੈਂ ਆਪਣੇ ਵੀਰਾਂ ਨਾਲ ਜਿਹੜੇ ਦੇਸ਼ ਦੇ ਲੋਕ ਹੈਗੇ ਨੇ ਉਹਨਾਂ ਨਾਲ ਗੱਲਾਂ ਕਰਨ ਵਾਸਤੇ ਮੈਂ ਅੱਜ ਤੁਹਾਡੇ ਰੂਬਰੂ ਹੋਇਆ ਥੋੜ੍ਹਾ ਜਿਹਾ, ਕਿ ਆਪਾਂ ਇਹਨਾਂ ਗੱਲਾਂ ਨੂੰ ਸਮਝੀਏ, ਆਪਾਂ ਉਹਨਾਂ ਲੋਕਾਂ ਦੀਆਂ ਚਾਲਾਂ ਨੂੰ ਸਮਝੀਏ। ਉਹ ਤੁਹਾਡੇ ਜਜ਼ਬਾਤਾਂ ਦੇ ਨਾਲ ਖੇਡ ਕੇ, ਸਾਡੇ ਜਜ਼ਬਾਤਾਂ ਦੇ ਨਾਲ ਖੇਡ ਕੇ ਸੱਤਾ ਦੇ ਉੱਪਰ ਕਾਬਜ਼ ਰਹਿਣਾ ਚਾਹੁੰਦੇ ਨੇ। ਉਹਨਾਂ ਦਾ ਕੋਈ ਇਰਾਦਾ ਨਹੀਂ ਹੈਗਾ। ਜੇ ਉਹਨਾਂ ਦਾ ਇਹੀ ਇਰਾਦਾ ਹੈਗਾ ਕਿ ਅਸੀਂ ਦੇਸ਼ ਨੂੰ ਹਿੰਦੂ ਰਾਸ਼ਟਰ ਦੇ ਰੰਗ ਵਿੱਚ ਰੰਗ ਦੇਣਾ ਹੈਗਾ, ਤੇ ਤੁਸੀਂ ਹਿਸਾਬ ਲਾ ਕੇ ਦੇਖੋ, ਕਹਿੰਦੇ ਰਾਮ ਰਾਜਿਆ ਲਾਏਂਗੇ, ਕਿ ਕਿੱਦਾਂ ਦਾ ਰਾਮ ਰਾਜ ਚਾਹੁੰਦੇ ਹੋ ਭਲਾ? ਜਿਹਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਇੰਨੀਆਂ ਜ਼ਿਆਦਾ ਲੱਗੀਆਂ ਹੋਣ ਕਿ ਤੁਹਾਡੇ ਕੋਲ ਸਕੂਟਰ ਦੇ ਵਿੱਚ ਪੈਟਰੋਲ ਪਵਾਉਣ ਲੱਗਿਆ ਵੀ 100 ਵਾਰੀ ਸੋਚਣਾ ਪਵੇ ਕਿ ਮੈਂ ਸਕੂਟਰ ਵਿੱਚ ਤੇਲ ਪਵਾ ਲਵਾਂ ਜਾਂ ਮੈਂ ਘਰ ਨੂੰ ਸਬਜ਼ੀ ਲੈ ਜਾਵਾਂ ਤੇ ਆਪਣੇ ਬੱਚਿਆਂ ਵਾਸਤੇ ਕੋਈ ਫਰੂਟ ਲੈ ਜਾਵਾਂ। ਸੋਚਣਾ ਪੈਂਦਾ ਨਾ ਜੀ, 2-3 ਵਾਰੀ ਸੋਚਣਾ ਪੈਂਦਾ ਹੀ ਹੈਗਾ ਆ। ਜਿੱਥੇ ਤੁਹਾਨੂੰ ਇਹ ਸੋਚਣਾ ਪਵੇ ਕਿ ਅਸੀਂ ਕਿਸੇ ਦਾ ਵਿਆਹ ਸ਼ਾਦੀ ਆ ਗਿਆ, ਉਹ ਅਟੈਂਡ ਕਰਨ ਵਾਸਤੇ ਕਿੱਦਾਂ ਜਾਈਏ, ਬੱਸੇ ਬਹਿ ਕੇ ਜਾਈਏ ਜਾਂ ਕਿਸੇ ਦੇ ਕੋਲੋਂ ਲਿਫਟ ਲੈ ਲਈਏ ਜਾਂ ਆਪਣੀ ਗੱਡੀ ਕੱਢ ਲਈਏ, ਪੈਂਦਾ ਨਾ ਸੋਚਣਾ ਵੀ ਜਾਂ ਕੈਂਸਲ ਹੀ ਕਰ ਦਈਏ, ਬਹਾਨਾ ਲਾ ਦਈਏ ਕਿ ਅਸੀਂ ਬਿਮਾਰ ਹਾਂ ਇਸ ਕਰਕੇ ਅਸੀਂ ਤੁਹਾਡੇ ਵਿਆਹ 'ਤੇ ਆ ਨਹੀਂ ਸਕੇ, ਜਾਂ ਅਸੀਂ ਸ਼ਗਨ ਦੇ ਕੇ ਆਈਏ, ਸੋਚਣਾ ਪੈਂਦਾ। ਸੋ ਸਬਜ਼ੀ ਲੈਣ ਵਾਸਤੇ ਜਾਓ, ਅਸਮਾਨ ਨੂੰ ਰੇਟ ਲੱਗੇ ਹੋਏ ਨੇ, ਸਾਰਾ ਕੁਝ ਤੁਹਾਡੇ ਦੋਸਤੋ ਸਾਹਮਣੇ ਹੈਗਾ। ਜੇ ਉਹਦੇ ਬਾਵਜੂਦ ਵੀ ਅੱਖਾਂ ਬੰਦ ਕਰਕੇ ਦੇਸ਼ ਦੇ ਹੁਕਮਰਾਨਾਂ ਦੇ ਮਗਰ ਲੱਗਣਾ ਹੈਗਾ ਕਿ ਉਹਨਾਂ ਨੇ ਜਿਹਨਾਂ ਲੋਕਾਂ ਦੀ ਜਸੂਸੀ ਕਰਵਾਈ ਹੈ ਠੀਕ ਕਰਵਾਈ ਹੈਗੀ ਆ, ਔਰ ਉਹਨਾਂ ਦੀ ਪਹਿਚਾਣ ਹੋਣੀ ਚਾਹੀਦੀ ਆ, ਖਰੇ ਉਹ ਦੇਸ਼ ਦੇ ਵਿਰੋਧੀ ਲੋਕ ਹੈਗੇ ਨੇ, ਦੇਸ਼ ਧਰੋਹੀ ਨੇ, ਖਰੇ ਉਹ ਅੱਤਵਾਦੀ ਨੇ ਨਾ। ਤੁਸੀਂ ਆਪਣੀਆਂ ਅੱਖਾਂ ਖੋਲ੍ਹ ਕੇ ਇੱਕ ਵਾਰੀ ਅਧਿਐਨ ਕਰਕੇ ਦੇਖਿਓ ਤੁਹਾਨੂੰ ਚਾਨਣ ਹੋਣਾ ਸ਼ੁਰੂ ਹੋ ਜਾਊਗਾ, ਜ਼ਰੂਰ ਚਾਨਣ ਤੁਹਾਨੂੰ ਹੋਣਾ ਸ਼ੁਰੂ ਹੋ ਜਾਊਗਾ। ਅੱਖਾਂ ਖੋਲ੍ਹ ਕੇ ਇੱਕ ਵਾਰੀ ਕਰੋ, ਸਾਰੇ ਪਾਸੇ ਕਰੋ। ਸਮਾਂ ਸੀਗਾ ਕਦੀ ਆਪਾਂ ਛੋਟੇ ਹੁੰਦੇ ਸੀਗੇ, ਜਦੋਂ ਸਾਨੂੰ ਵੀ ਇਹ ਲੱਗਦਾ ਹੁੰਦਾ ਸੀਗਾ ਕਿ ਸਾਡੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਹੈਗੇ ਨੇ ਇਹੀ ਖਰੇ ਚੰਗੇ ਹੁੰਦੇ ਆ ਤੇ ਜੋ ਕਹਿੰਦੇ ਆ ਠੀਕ ਕਹਿੰਦੇ ਹੈਗੇ ਆ ਇਹ। ਪਰ ਜਦੋਂ ਆਪਣੀ ਸੋਚ ਦਾ ਦਾਇਰਾ ਵਿਸ਼ਾਲ ਕਰ ਲਈਏ ਤਾਂ ਉਸ ਵੇਲੇ ਸਾਨੂੰ ਸਮਝ ਆਉਂਦੀ ਹੈ ਕਿ ਸੱਜੇ ਖੱਬੇ ਆਸੇ ਪਾਸੇ ਜਿਹੜੀਆਂ ਹੋਰ ਕੌਮਾਂ ਦੇ ਸਮਝਦਾਰ ਲੋਕ ਹੈਗੇ ਨੇ ਉਹ ਵੀ ਬੜੇ ਸਿਆਣੇ ਨੇ, ਉਹਨਾਂ ਨੂੰ ਵੀ ਮੁਲਕ ਦੀ ਬੜੀ ਫਿਕਰ ਹੈ। ਉਹ ਵੀ ਇੱਦਾਂ ਦੇ ਹੈਗੇ ਆਪੇ, ਉਹ ਇਹ ਨਹੀਂ ਦੇਖਦੇ ਹੈਗੇ ਕਿ ਹੁਕਮਰਾਨ ਸਿਰ ਦੇ ਉੱਪਰ ਪੱਗ ਬੰਨੀ ਹੋਈ ਹੈ ਉਹ ਹੈ ਜਾਂ ਉਹਨੇ ਆਪਣੇ ਮੱਥੇ ਦੇ ਉੱਪਰ ਟਿੱਕਾ ਲਾਇਆ ਹੋਇਆ ਉਹ ਹੈ। ਉਹ ਬਹੁਤ ਸਾਰੇ ਲੋਕ ਇੱਦਾਂ ਦੇ ਹੈਗੇ ਨੇ ਜਿਹੜੇ ਸਮਝਦੇ ਨੇ ਕਿ ਹੁਕਮਰਾਨ ਭਾਵੇਂ ਕੋਈ ਵੀ ਹੋਵੇ ਪਰ ਸਾਡਾ ਭਲਾ ਕਰਨ ਵਾਲਾ ਹੋਵੇ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਇਲੈਕਸ਼ਨ ਮੂਹਰੇ ਆਉਣੇ ਆ, ਵੱਖ-ਵੱਖ ਸਿਆਸੀ ਪਾਰਟੀਆਂ ਵਾਲੇ ਇਹ ਗੱਲ ਕਹਿੰਦੇ ਆ ਕਿ ਸਾਡੀ ਪਾਰਟੀ ਦੀ ਸਰਕਾਰ ਬਣੂਗੀ ਔਰ ਮੁੱਖ ਮੰਤਰੀ ਦਲਿਤ ਹੋਊਗਾ। ਕੋਈ ਕਹਿੰਦਾ ਉਪ ਮੁੱਖ ਮੰਤਰੀ 2 ਦੇਵਾਂਗੇ, ਇੱਦਾਂ ਦੀਆਂ ਗੱਲਾਂ। ਕੋਈ ਕਹਿੰਦਾ ਜੀ ਮੁੱਖ ਮੰਤਰੀ ਸਿੱਖ ਚਿਹਰੇ ਵਾਲਾ ਹੋਊਗਾ। ਲੋਕ ਹੁਣ ਸਵਾਲ ਵੀ ਕਰਦੇ ਨੇ, ਤੁਸੀਂ ਵੀ ਉਹਨਾਂ ਸਵਾਲਾਂ ਦੀ ਕੈਟਾਗਰੀ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜ਼ਰੂਰ ਆਓ। ਲੋਕ ਸਵਾਲ ਕਰਦੇ ਨੇ ਕਿ ਤੁਸੀਂ ਇੱਦਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਂਦੇ ਹੋ ਕਿ ਸਿੱਖ ਮੁੱਖ ਮੰਤਰੀ ਹੋਊਗਾ। ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਕਿ ਮੁੱਖ ਮੰਤਰੀ ਬੇਅੰਤ ਸਿੰਘ ਸਿੱਖ ਹੀ ਸੀਗਾ, ਸਿਰ ਦੇ ਉੱਪਰ ਪੱਗ ਬੱਧੀ ਹੋ ਸੀਗੀ,
ਸਿੱਖ ਕਿੰਨੇ ਕੁ ਖੁਸ਼ ਨੇ ਉਹਦੇ ਕੋਲੋਂ, ਪੰਜਾਬ ਦੇ ਲੋਕ ਕਿੰਨੇ ਕੁ ਖੁਸ਼ ਨੇ ਉਹਦੇ ਕੋਲੋਂ ਅੰਦਾਜ਼ਾ ਲਾਇਆ ਜਾ ਸਕਦਾ। KPS ਗਿੱਲ DGP ਪੰਜਾਬ ਕਿੰਨੇ ਕੁ ਖੁਸ਼ ਨੇ ਪੰਜਾਬ ਦੇ ਲੋਕ ਤੇ ਸਿੱਖ। ਸੋ ਇਹ ਗੱਲ ਨਹੀਂ ਹੈਗੀ, ਇੱਦਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰੋ ਕਿ ਉਹਨੇ ਕਹਿਤਾ ਕਿ ਜੀ ਹਿੰਦੂ ਰਾਸ਼ਟਰ ਬਣਾਵਾਂਗੇ ਤੇ ਤੁਸੀਂ ਸਿਰਫ ਇੰਨੀ ਗੱਲ ਦੇ ਉੱਪਰ ਖੁਸ਼ ਹੋ ਜਾਓ। ਤੁਸੀਂ ਵੇਖੋ ਤੁਹਾਡੇ ਬੱਚਿਆਂ ਦਾ ਭਵਿੱਖ ਕੀ ਹੈਗਾ, ਪੰਜਾਬ ਦਾ ਪਾਣੀ, ਪੂਰੇ ਮੁਲਕ ਦਾ ਪਾਣੀ, ਆਬੋ ਹਵਾ, ਪੜ੍ਹਾਈ ਦਾ ਲੈਵਲ, ਸਾਰਾ ਕੁਝ ਵੇਖਿਆ ਕਰੋ, ਸਾਰਾ ਕੁਝ ਵੇਖਿਆ ਕਰੋ। ਉਹ ਜਿੰਨੀਆਂ ਮਰਜ਼ੀ ਜਸੂਸੀਆਂ ਕਰਵਾਈ ਜਾਣ, ਮੈਨੂੰ ਲੱਗਦਾ ਕਿ ਜੇ ਤੁਸੀਂ ਜਾਗਦੇ ਰਹੋਗੇ ਮੁਲਕ ਤੁਹਾਡੇ ਆਪਣੇ ਹੱਥ ਦੇ ਵਿੱਚ ਹੈਗਾ। ਖਾਲਸਾ ਰਾਜ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੈਗਾ। ਉਹਨਾਂ ਨੇ ਇਹਨੂੰ ਕਿੱਦਾਂ ਬਹਾਲ ਰੱਖਣਾ ਹੈਗਾ, ਕਿੱਦਾਂ ਸਾਰਾ ਕੁਝ ਠੀਕ ਰੱਖਣਾ ਹੈਗਾ, ਇਹ ਸਾਰੀਆਂ ਗੱਲਾਂ ਬੜੀਆਂ ਜ਼ਰੂਰੀ ਨੇ। ਕੱਲੀ ਇਹੀ ਗੱਲ ਨਹੀਂ ਹੈਗੀ ਕਿ ਸਿਰ ਦੇ ਉੱਪਰ ਪੱਗ ਬੰਨੀ ਹੋਈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣ ਜਾਵੇ ਤੇ ਹਾਲਾਤ ਤੁਹਾਡੇ ਮੁਲਕ ਦੇ ਤੇ ਘਰਾਂ ਪਰਿਵਾਰਾਂ ਦੇ ਬੱਚਿਆਂ ਦੇ ਹੋਣ ਵੱਧ ਨਾਲੋਂ ਬਦਤਰ। ਕੀ ਚੰਗਾ ਲੱਗੂਗਾ ਇਹ? ਮੈਂ ਖੁੱਲ੍ਹੇ ਦਿਲ ਨਾਲ ਕਹਿੰਦਾ, ਪੰਜਾਬ ਦਾ ਮੁੱਖ ਮੰਤਰੀ ਭਾਵੇਂ ਹੋਵੇ, ਮੱਥੇ ਦੇ ਉੱਪਰ ਟਿੱਕਾ ਲੱਗਾ ਹੋਵੇ, ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ, ਪਰ ਉਹ ਕੇਂਦਰ ਸਰਕਾਰ ਦੀਆਂ ਉਹਨਾਂ ਗਲਤ ਨੀਤੀਆਂ ਦਾ ਡਟ ਕੇ ਵਿਰੋਧ ਕਰਨ ਵਾਲਾ ਹੋਵੇ ਜਿਹੜੀਆਂ ਪੰਜਾਬ ਵਿਰੋਧੀ ਹੋਣ, ਜਿਹੜੀਆਂ ਕਿਸੇ ਦੇ ਵੀ ਧਰਮ ਨੂੰ ਨਿਗਲ ਜਾਣ ਵਾਲੀਆਂ ਹੋਣ। ਲੱਗਾ ਹੋਵੇ ਟਿੱਕਾ ਮੱਥੇ ਤੇ ਸਾਨੂੰ ਭਲਾ ਕੋਈ ਇਤਰਾਜ਼ ਥੋੜ੍ਹੀ ਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਦੇਖਿਆ ਜਾ ਸਕਦਾ। ਉਸ ਰਾਜ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਕੌਣ ਤਾਇਨਾਤ ਸੀਗੇ, ਕਿਹੜੇ ਲੋਕ ਤਾਇਨਾਤ ਸੀਗੇ, ਪੜ੍ਹ ਕੇ ਵੇਖੋ। ਮੈਂ ਕੁਛ ਗੱਲਾਂ ਆਪਣੇ ਮੂੰਹੋਂ ਨਹੀਂ ਕਹਿਣੀਆਂ ਚਾਹੁੰਦਾ। ਮੈਂ ਚਾਹੁੰਦਾ ਕਿ ਦੇਸ਼ ਦੇ ਲੋਕ, ਮੈਂ ਕੱਲ੍ਹ ਕਿਸੇ ਸੱਜਣ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਕਿ ਸਾਡੇ ਬਹੁਤ ਸਾਰੇ ਲੋਕ ਇਹ ਸਮਝਦੇ ਆ ਕਿ ਖਾਲਸਾ ਰਾਜ ਜਦੋਂ ਹੋਊਗਾ ਨਾ ਉਹਦੇ ਵਿੱਚ ਖਰੇ ਸਾਰਿਆਂ ਨੂੰ ਸਿਰਾਂ ਦੇ ਉੱਪਰ ਪੱਗਾਂ ਬੰਨਣੀਆਂ ਪੈਣੀਆਂ ਨੇ, ਖਰੇ ਸਾਰਿਆਂ ਨੂੰ ਸਿੱਖ ਹੀ ਬਣਨਾ ਪੈਣਾ ਹੈਗਾ। ਮੈਂ ਇਸ ਕਰਕੇ ਜਵਾਬ ਮੈਂ ਚਾਹੁੰਦਾ ਕਿ ਸਾਰੇ ਜਣੇ ਜ਼ਰੂਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਪੜ੍ਹਨ। ਉਸ ਰਾਜ ਦੇ ਵਿੱਚ ਉੱਚੇ ਉੱਚੇ ਅਹੁਦਿਆਂ ਦੇ ਉੱਪਰ ਕਿਹੜੀ ਕੌਮ ਦੇ ਲੋਕ ਸੀਗੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀ ਕੇਵਲ ਇਕੱਲੇ ਸਿੱਖਾਂ ਨੂੰ ਤਰਜੀਹ ਦਿੱਤੀ ਸੀਗੀ ਕਿ ਮੈਂ ਇਹਨਾਂ ਦਾ ਹੀ ਧਰਮ, ਆਪਣੇ ਸਿੱਖਾਂ ਦਾ ਹੀ ਧਰਮ ਜਿਹੜਾ ਹੈਗਾ ਉਹ ਉੱਚਾ ਚੁੱਕਣਾ ਹੈਗਾ, ਜਾਂ ਮੈਂ ਇਹਨਾਂ ਦੀ ਹੀ ਗਿਣਤੀ ਵਧਾਉਣੀ ਹੈਗੀ ਆ? ਰਾਜ ਨੂੰ ਸਟੱਡੀ ਕਰਕੇ ਵੇਖਣਾ ਚਾਹੀਦਾ ਹੈਗਾ। ਪੈਗਾਸਸ ਜਸੂਸੀ ਦੇ ਸੰਬੰਧ ਵਿੱਚ ਆਪਾਂ ਗੱਲਬਾਤ ਕਰ ਰਹੇ ਸੀਗੇ। ਜਸੂਸੀਆਂ ਮੁੱਢ ਤੋਂ ਹੁੰਦੀਆਂ ਆਈਆਂ ਨੇ, ਅੱਜ ਵੀ ਇਹ ਲੋਕ ਕਰਦੇ ਨੇ, ਗੈਰ ਕਾਨੂੰਨੀ ਤਰੀਕੇ ਦੇ ਨਾਲ ਕਰਦੇ ਨੇ। ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਉਹਨਾਂ ਨੇ ਇੱਕ ਸਾਬਕਾ ਜੱਜ ਹੈਗੇ ਨੇ, ਉਹਨਾਂ ਦਾ 2 ਮੈਂਬਰੀ ਇੱਕ ਕਮੇਟੀ ਗਠਿਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈਗਾ ਕਿ ਕੋਰਟ ਦੇ ਕੋਲੋਂ ਆਦੇਸ਼ ਲੈ ਕੇ ਜਾਂਚ ਪੜਤਾਲ ਕਰਵਾਈ ਜਾਊਗੀ ਇਸ ਜਸੂਸੀ ਮਾਮਲੇ ਦੀ। ਇਹ ਵੈਸਟ ਬੰਗਾਲ ਦੀ ਮੁੱਖ ਮੰਤਰੀ ਦਾ ਕਹਿਣਾ ਹੈ। ਕੀ ਪੰਜਾਬ ਦੇ ਮੁੱਖ ਮੰਤਰੀ ਵੀ ਆਪਣਾ ਮੂੰਹ ਖੋਲ੍ਹਣਗੇ ਇਸ ਵਿਸ਼ੇ ਦੇ ਉੱਪਰ? ਕੀ ਪੰਜਾਬ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਜਾਂ ਜਿਹੜੀਆਂ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ 2022 ਦੇ ਵਿੱਚ ਸੁਪਨੇ ਲੈ ਰਹੀਆਂ ਨੇ ਕਿ ਆਪਾਂ ਪੰਜਾਬ ਦੀ ਧਰਤੀ ਦੇ ਉੱਪਰ ਆਪਣੀ ਸਰਕਾਰ ਬਣਾਉਣੀ ਹੈ, ਆਪਣੀ ਪਾਰਟੀ ਦੀ ਸਰਕਾਰ ਬਣਾਉਣੀ ਹੈ, ਕੀ ਉਹ ਲੋਕ ਵੀ ਇਸ ਮਸਲੇ ਦੇ ਉੱਪਰ ਮੂੰਹ ਖੋਲ੍ਹਣਗੇ? ਵਰਲਡ ਲੈਵਲ 'ਤੇ ਆਵਾਜ਼ਾਂ ਉੱਠ ਰਹੀਆਂ ਨੇ ਇਸ ਸੰਬੰਧ ਦੇ ਵਿੱਚ, ਥੂ-ਥੂ ਹੋ ਰਹੀ ਹੈਗੀ ਆ ਇੱਦਾਂ ਦੇ ਕਾਰਨਾਮਿਆਂ ਦੀ। ਕੀ ਤੁਹਾਨੂੰ ਚੰਗਾ ਲੱਗੂਗਾ ਕਿ ਅਸੀਂ ਇੱਦਾਂ ਦੇ ਮੁਲਕ ਦੇ ਵਿੱਚ ਰਹੀਏ ਜਿਸ ਮੁਲਕ ਦੀ ਪੂਰੇ ਵਿਸ਼ਵ ਦੇ ਵਿੱਚ ਥੂ-ਥੂ ਹੁੰਦੀ ਹੋਵੇ? ਮੈਨੂੰ ਤਾਂ ਨਹੀਂ ਲੱਗਦਾ ਹੈਗਾ, ਮੇਰਾ ਤਾਂ ਨਹੀਂ ਚਿੱਤ ਕਰਦਾ ਕਿ ਇੱਦਾਂ ਦਾ ਮੁਲਕ ਚੰਗਾ ਹੋਵੇ ਨਾ। ਚੰਗਾ ਕਿਹਨੇ ਬਣਾਉਣਾ ਹੈਗਾ? ਤੁਸੀਂ ਆਪਣੇ ਲੋਕਾਂ ਨੂੰ ਆਖੋ, ਤੁਸੀਂ ਆਪਣੇ ਲੀਡਰਾਂ ਨੂੰ ਆਖੋ, ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਉਹਨਾਂ ਨੂੰ ਆਖੋ ਕਿ ਤੁਸੀਂ ਇਹਨਾਂ ਮਸਲਿਆਂ ਦੇ ਉੱਪਰ ਬੋਲਦੇ ਨਹੀਂ, ਕਿਉਂ ਨਹੀਂ ਹੈਗੇ। ਜੇ ਅੱਜ ਉਹਨਾਂ ਨੇ ਇਹ ਜਸੂਸੀ ਸਾਡੀ ਕਰਵਾਈ ਹੈ ਨਾ, ਕੱਲ੍ਹ ਤੁਹਾਡੀ ਵਾਰੀ ਵੀ ਆਉਣੀ ਹੈਗੀ ਆ। ਕੀ ਤੁਹਾਨੂੰ ਚੰਗਾ ਲੱਗੂਗਾ ਕਿ ਤੁਹਾਡੇ ਬੈਡਰੂਮ ਦੇ ਵਿੱਚ ਕੋਈ ਝਾਕੇ? ਕੀ ਚੰਗਾ ਲੱਗੂਗਾ ਕਿ ਤੁਹਾਡੇ ਘਰ ਦਾ ਜਿਹੜਾ ਗੇਟ ਹੈਗਾ ਉਹਦੇ ਅੰਦਰ ਕੋਈ ਝਾਕ ਕੇ ਵੇਖੇ ਕਿ ਤੁਸੀਂ ਕੀ ਖਾਂਦੇ ਹੋ, ਕੀ ਪਾਉਂਦੇ ਹੋ, ਤੁਸੀਂ ਪੈਂਟ ਦੇ ਥੱਲੇ ਕਿਹੜੇ ਰੰਗ ਦਾ ਅੰਡਰਵੀਅਰ ਪਾਇਆ ਹੋਇਆ? ਕੀ ਚੰਗਾ ਲੱਗੂਗਾ ਤੁਹਾਨੂੰ? ਇਸ ਹੱਦ ਤੱਕ ਜਾਂਦੇ ਨੇ ਉਹ ਲੋਕ। ਪੈਗਾਸਸ ਜਿਹੜਾ ਉਹ ਸੌਫਟਵੇਅਰ ਹੈਗਾ, ਤੁਹਾਡੇ ਜਿਹੜਾ ਫੋਨ ਦਾ ਕੈਮਰਾ ਹੈਗਾ, ਮੈਂ ਗੱਲ ਤਾਂ ਬੋਲੀ ਹੈਗੀ ਆ, ਜਿਹੜਾ ਤੁਹਾਡੇ ਫੋਨ ਦਾ ਕੈਮਰਾ ਹੁੰਦਾ ਹੈਗਾ, ਫਰੰਟ ਵਾਲਾ ਤੇ ਬੈਕ, ਜਿਹੜਾ ਕੈਮਰਾ ਹੈਗਾ ਫੋਨ ਤੁਹਾਡਾ ਜਿੱਧਰ ਨੂੰ ਘੁੰਮਦਾ ਹੈਗਾ, ਇਹ ਕੈਮਰਾ ਉਹਨਾਂ ਦੇ ਕੰਟਰੋਲ ਦੇ ਵਿੱਚ ਹੁੰਦਾ ਹੈਗਾ। ਉਹ ਇੱਦਾਂ ਇਹਦੀ ਵੀਡੀਓ ਵੀ ਬਣਾ ਸਕਦੇ ਨੇ। ਮੈਂ ਕੁਝ ਸੱਜਣਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਣਕਾਰੀ ਲਈ, ਉਹਨਾਂ ਨੇ ਦੱਸੀ ਮੈਨੂੰ ਇਹ ਸਾਰੀ ਗੱਲਬਾਤ। ਸੋ ਇਸ ਤਰੀਕੇ ਦੇ ਨਾਲ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਵੀ ਇੰਜ ਹੋਵੇ? ਚਾਹੁੰਦੇ ਹੋ ਤੁਸੀਂ ਕਿ ਤੁਹਾਡੀ ਛੋਟੀ ਜਿਹੜੀ ਘਰ ਦੀ ਪ੍ਰਾਈਵੇਸੀ ਹੈਗੀ ਆ ਉਹ ਵੀ ਉਹਨਾਂ ਦੇ ਕੋਲ ਜਾਵੇ? ਜੇ ਨਹੀਂ ਚਾਹੁੰਦੇ ਤਾਂ ਤੁਸੀਂ ਵੀ ਜ਼ਰੂਰ ਬੋਲੋ। ਆਪਣੇ ਦੇਸ਼ ਦੇ ਹੁਕਮਰਾਨ ਉਹਨਾਂ ਨੂੰ ਆਖੋ, ਮਜਬੂਰ ਕਰੋ ਉਹਨਾਂ ਨੂੰ ਕਿ ਤੁਸੀਂ ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਕਿਉਂ ਝਾਕਦੇ ਹੋ। ਜਿਵੇਂ ਮੈਂ ਆਪਣੇ ਬਾਰੇ ਕਹਿ ਕੇ ਹਟਿਆ ਕਿ ਮੈਂ ਤਾਂ ਦਾਅਵਾ ਕਰਦਾ ਇਸ ਗੱਲ ਦਾ ਕਿ ਮੇਰੀ ਜ਼ਿੰਦਗੀ ਬਿਲਕੁਲ ਇੱਕ ਖੁੱਲ੍ਹੀ ਕਿਤਾਬ ਵਾਂਗ ਹੈ। ਜਿਹੜਾ ਮਰਜ਼ੀ ਜਦੋਂ ਮਰਜ਼ੀ ਮੇਰਾ ਆ ਕੇ ਫੋਨ ਚੈੱਕ ਕਰ ਸਕਦਾ, ਮੈਨੂੰ ਮੇਰੇ ਬਾਰੇ ਜਿਹੜਾ ਮਰਜ਼ੀ ਜਦੋਂ ਮਰਜ਼ੀ ਜੋ ਮਰਜ਼ੀ ਪੁੱਛ ਸਕਦਾ। ਮੈਨੂੰ ਇਹ ਵੀ ਪਤਾ ਲੱਗਾ ਹੈਗਾ ਕਿ ਇੱਕ ਬੰਦੇ ਦੀ ਜਸੂਸੀ ਕਰਵਾਉਣ 'ਤੇ ਸ਼ਾਇਦ
ਪੱਕਾ ਨਹੀਂ ਮੈਨੂੰ ਪਤਾ ਹੈਗਾ 1 ਕਰੋੜ ਰੁਪਈਆ ਲੱਗਦਾ ਹੈਗਾ। ਮੈਂ ਕਹਿਣਾ ਚਾਹੁੰਦਾ ਇੱਥੋਂ ਦੇ ਹੁਕਮਰਾਨਾਂ ਨੂੰ, ਤੁਸੀਂ ਵੀ ਆਖੋ ਇੱਥੋਂ ਦੇ ਹੁਕਮਰਾਨਾਂ ਨੂੰ ਕਿ ਤੁਸੀਂ ਇਹਨਾਂ ਕੰਮਾਂ ਦੇ ਉੱਪਰ ਜਿਹੜਾ ਪੈਸਾ ਖਰਚ ਕਰਦੇ ਹੋ, ਦੇਸ਼ ਦੇ ਵਿੱਚ ਕਿੰਨੇ ਲੋਕ ਗਰੀਬ ਨੇ, ਕਿੰਨੇ ਬੱਚੇ ਅਨਪੜ੍ਹ ਨੇ ਜਿਹੜੇ ਇਸ ਕਰਕੇ ਪੜ੍ਹਾਈ ਨਹੀਂ ਕਰ ਪਾਉਂਦੇ ਕਿ ਸਾਡੇ ਮਾਤਾ ਪਿਤਾ ਦੇ ਕੋਲ ਸਕੂਲ ਕਾਲਜ ਯੂਨੀਵਰਸਿਟੀਆਂ ਦੇ ਲਈ ਦੇਣ ਵਾਸਤੇ ਫੀਸ ਨਹੀਂ ਹੈਗੇ। ਇਹ ਪੈਸੇ ਤੁਸੀਂ ਇਹਨਾਂ ਨੂੰ ਆਖੋ ਕਿ ਉੱਥੇ ਕਿਉਂ ਖਰਚ ਨਹੀਂ ਕਰਦੇ। ਜਿਨ੍ਹਾਂ ਲੋਕਾਂ ਦੇ ਕੋਲ ਖਾਣ ਪੀਣ ਵਾਸਤੇ ਵਧੀਆ ਪੌਸ਼ਟਿਕ ਭੋਜਨ ਨਹੀਂ ਹੈਗਾ, ਇਹ ਪੈਸੇ ਤੁਸੀਂ ਉੱਥੇ ਕਿਉਂ ਨਹੀਂ ਖਰਚ ਕਰਦੇ। ਤੁਸੀਂ ਇਸ ਕਰਕੇ ਜਸੂਸੀ ਕਰਵਾਉਂਦੇ ਹੋ ਕਿ ਅਸੀਂ ਆਪਣੀ ਸੱਤਾ ਕਿਵੇਂ ਸੰਭਾਲ ਕੇ ਰੱਖਣੀ ਹੈ, ਜਿਹੜੇ ਲੋਕ ਸਾਡੀ ਕੁਰਸੀ ਵਾਸਤੇ ਖਤਰਾ ਨੇ ਅਸੀਂ ਉਹਨਾਂ ਦੀ ਜਸੂਸੀ ਕਰਵਾਉਣੀ ਹੈ, ਅਸੀਂ ਉਹਨਾਂ ਨੂੰ ਆਪਣੇ ਰਾਹ ਦੇ ਵਿੱਚੋਂ ਕਿੱਦਾਂ ਹਟਾਉਣਾ ਹੈਗਾ। ਜਿਹੜੇ ਪੈਸੇ ਤੁਸੀਂ ਇਹਨਾਂ ਕੰਮਾਂ ਦੇ ਉੱਪਰ ਖਰਚਦੇ ਹੋ, ਭਲਿਓ ਤੁਸੀਂ ਇਹਨਾਂ ਨੂੰ ਪੁੱਛੋ, ਇਹਨਾਂ ਨੂੰ ਆਖੋ ਕਿ ਤੁਸੀਂ ਉਹ ਪੈਸੇ ਉਹਨਾਂ ਬੀਬੀਆਂ ਦੇ ਉੱਪਰ ਕਿਉਂ ਨਹੀਂ ਖਰਚ ਕਰਦੇ, ਉਹਨਾਂ ਔਰਤਾਂ ਦੇ ਉੱਪਰ ਕਿਉਂ ਨਹੀਂ ਖਰਚ ਕਰਦੇ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਉਹਨਾਂ ਦੀ ਗਿਣਤੀ ਹੋਊਗੀ ਜਿਹੜੀਆਂ ਆਪਣੀਆਂ ਜਿਸਮ ਵੇਚ ਕੇ ਵਿਚਾਰੀਆਂ ਆਪਣੇ ਬੱਚਿਆਂ ਦਾ ਢਿੱਡ ਭਰ ਰਹੀਆਂ ਨੇ। ਇਹ ਪੈਸੇ ਤੁਸੀਂ ਉੱਥੇ ਖਰਚ ਕਿਉਂ ਨਹੀਂ ਕਰਦੇ। ਦਿਨੋਂ ਦਿਨ ਗੰਧਲੇ ਹੁੰਦੇ ਜਾ ਰਹੇ ਪਾਣੀ ਦੀ ਸਾਫ਼ ਸਫਾਈ ਵਾਸਤੇ ਕਿਉਂ ਨਹੀਂ ਕਰਦੇ। ਇੱਥੋਂ ਦੀ ਆਬੋ ਹਵਾ ਖਰਾਬ ਹੁੰਦੀ ਜਾ ਰਹੀ ਹੈ, ਧਰਤੀ ਪਲੀਤ ਹੁੰਦੀ ਜਾ ਰਹੀ ਹੈ। ਇਹ ਪੈਸੇ ਤੁਸੀਂ ਉਹਨਾਂ ਕੰਮਾਂ ਦੇ ਉੱਪਰ ਖਰਚ ਕਿਉਂ ਨਹੀਂ ਕਰਦੇ। ਪੈਟਰੋਲ ਦੇ ਸਮਾਨ ਨੂੰ ਛੂਹਦੇ ਰੇਟ ਤੁਸੀਂ ਉਹਨੂੰ ਕਿਉਂ ਨਹੀਂ ਕੰਟਰੋਲ ਕਰਦੇ, ਉੱਥੇ ਕਿਉਂ ਨਹੀਂ ਖਰਚਦੇ। ਇਹ ਪੈਸੇ ਤੁਸੀਂ ਜਿਹੜੀ ਬਿਜਲੀ ਅਸੀਂ ਵਰਤਦੇ ਹਾਂ, ਉਸ ਬਿਜਲੀ ਦੇ ਰੇਟ ਦਿਨੋਂ ਦਿਨ ਵਧਦੇ ਜਾ ਰਹੇ ਨੇ। ਜਦੋਂ ਇਲੈਕਸ਼ਨ ਆਉਂਦੀ ਉਦੋਂ ਕਹਿੰਦੇ ਘਟਾ ਦਿਆਂਗੇ, ਥੋੜ੍ਹਾ ਕੁ ਚਿਰ ਘਟਾਉਂਦੇ ਵੀ ਹੈਗੇ ਆ, ਫਿਰ ਐਂ ਲਗਾਤਾਰ ਤੇਜ਼ੀ ਨਾਲ ਉੱਪਰ ਨੂੰ ਵਧਦੇ ਆ। ਇਹ ਪੈਸੇ ਤੁਸੀਂ ਉੱਥੇ ਕਿਉਂ ਖਰਚ ਨਹੀਂ ਕਰਦੇ। ਇਹਨਾਂ ਹੁਕਮਰਾਨਾਂ ਨੂੰ ਸਵਾਲ ਕਰੋ ਕਿ ਤੁਸੀਂ ਲੋਕਾਂ ਦੀ ਜਸੂਸੀ ਕਰਵਾਉਂਦੇ ਹੋ, ਤੁਸੀਂ ਇਹ ਪੈਸੇ ਸਾਡੇ ਬੱਚਿਆਂ ਦੇ ਇਲਾਜ ਦੇ ਉੱਪਰ ਕਿਉਂ ਨਹੀਂ ਖਰਚ ਕਰਦੇ। ਡਾਕਟਰ ਦੇ ਕੋਲ ਜਾਂਦੇ ਹੋ ਨਾ, ਪਰਚੀ ਲਿਖ ਕੇ ਦਿੰਦਾ ਕਿ ਦਵਾਈ ਲੈ ਕੇ ਆਓ, ਤੁਸੀਂ ਦਵਾਈ ਕਿਸੇ ਵੀ ਮੈਡੀਕਲ ਸਟੋਰ ਦੇ ਉੱਪਰੋਂ ਲੈਣ ਜਾਓ, ਤੁਹਾਨੂੰ ਦਵਾਈ ਉਹ ਨਹੀਂ ਮਿਲਦੀ। ਸਰਕਾਰੀ ਹਸਪੀਟਲ ਵਿੱਚ ਵੀ ਚੱਲ ਜਾਓ, ਜਿਹੜੀਆਂ ਸਰਕਾਰੀ ਹਸਪੀਟਲਾਂ ਦੇ ਸਾਹਮਣੇ ਮਾफ़ ਕਰਨਾ, ਹੋ ਸਕਦਾ ਸਾਰੀ ਜਗ੍ਹਾ ਨਾ ਹੋਵੇ ਇੱਦਾਂ, ਮੇਰੇ ਕੁਝ ਮਿੱਤਰ ਡਾਕਟਰ ਵੀ ਹੈਗੇ ਨੇ, ਮੈਂ ਉਹਨਾਂ ਦੇ ਕੋਲ ਵੀ ਮਾफ़ੀ ਮੰਗਦਾ, ਪਰ ਹਕੀਕਤ ਜਿਹੜੀ ਹੈ ਉਹ ਹਕੀਕਤ ਹੀ ਹੈ। ਪੱਤਰਕਾਰ ਭਾਵੇਂ ਮਿੱਤਰ ਡਾਕਟਰ ਹੋਵੇ, ਭਾਵੇਂ ਮਿੱਤਰ ਲੀਡਰ ਹੋਵੇ, ਪੱਤਰਕਾਰ ਦੀ ਆਵਾਜ਼ ਇੱਦਾਂ ਹੀ ਨਿਕਲਣੀ ਚਾਹੀਦੀ ਹੁੰਦੀ ਹੈ। ਹੁਣ ਵੀ ਨਿਕਲੂਗੀ। ਉਹ ਦਵਾਈ ਦੀ ਵਾਲੀ ਪਰਚੀ ਤੁਸੀਂ ਲੈ ਕੇ ਜਾਓ, ਜਿਹੜੇ ਹਸਪੀਟਲ ਦੇ ਸਾਹਮਣੇ ਤਕਰੀਬਨ ਦੁਕਾਨਾਂ ਹੈਗੀਆਂ ਨੇ, ਤੁਹਾਨੂੰ ਉੱਥੋਂ ਹੀ ਮਿਲੂਗੀ ਦਵਾਈ। ਉਹ ਤੁਸੀਂ ਹੋਰ ਸਾਰਾ ਸ਼ਹਿਰ ਛਾਣ ਕੇ ਦੇਖ ਲਓ, ਡਾਕਟਰ ਦੀ ਲਿਖੀ ਹੋਈ ਉਹ ਪਰਚੀ ਦੀ ਦਵਾਈ ਤੁਹਾਨੂੰ ਕਿਸੇ ਹੋਰ ਡਾਕਟਰ ਦੇ ਕੋਲ, ਹੋਰ ਮੈਡੀਕਲ ਸਟੋਰ ਤੋਂ ਨਹੀਂ ਮਿਲਦੀ। ਉੱਥੋਂ ਹੀ ਮਿਲਣੀ ਹੈ ਜਿੱਥੋਂ। ਫਿਰ ਜਿਹੜੇ ਪ੍ਰਾਈਵੇਟ ਹਸਪੀਟਲ ਹੈਗੇ ਨੇ, ਆਪਾਂ ਉਹਨਾਂ ਦੀ ਵੀ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ। ਜਿਹੜੀ ਪ੍ਰਾਈਵੇਟ ਹਸਪੀਟਲ ਵਾਲੇ ਡਾਕਟਰ ਪਰਚੀ ਲਿਖ ਕੇ ਦਿੰਦੇ ਨੇ, ਦਵਾਈ ਲਿਖ ਕੇ ਦਿੰਦੇ ਨੇ, ਉਹ ਜਿਹੜਾ ਅੰਦਰ ਹੀ ਉਹਨਾਂ ਦੇ ਮੈਡੀਕਲ ਸਟੋਰ ਬਣਿਆ ਹੋਇਆ, ਉਹਨਾਂ ਦਾ ਆਪਣਾ ਨਿੱਜੀ, ਤੁਹਾਨੂੰ ਉੱਥੋਂ ਹੀ ਮਿਲਣੀ ਹੈਗੀ ਆ, ਤੁਹਾਨੂੰ ਹੋਰ ਕਿਤੇ ਉਹ ਦਵਾਈ ਨਹੀਂ ਮਿਲਣੀ, ਭਾਵੇਂ ਸਾਰੇ ਸ਼ਹਿਰ ਦਾ ਚੱਕਰ ਮਾਰ ਕੇ ਵੇਖ ਲਓ। ਇਹ ਹਾਲਾਤ ਨੇ। ਇਹਨਾਂ ਚੀਜ਼ਾਂ ਦੇ ਉੱਪਰ ਪੈਸਾ ਖਰਚ ਕਿਉਂ ਨਹੀਂ ਕਰਦੇ। ਪੜ੍ਹਾਈ ਦੇ ਉੱਪਰ ਪੈਸਾ ਕਿਉਂ ਨਹੀਂ ਖਰਚ ਕਰਦੇ। ਆ ਕਿੰਨੇ ਲੋਕ ਸੀਗੇ ਉਹਨਾਂ ਨੂੰ ਆਕਸੀਜਨ ਨਹੀਂ ਸੀ ਮਿਲਦੀ, ਪਿੱਛੇ ਆ ਤੁਸੀਂ ਦੇਖਿਆ ਕਰੋਨਾ ਦਾ ਰੌਲਾ, ਆਕਸੀਜਨ। ਤੁਸੀਂ ਇਹਨਾਂ ਚੀਜ਼ਾਂ ਦੇ ਉੱਪਰ ਪੈਸਾ ਖਰਚ ਕਿਉਂ ਨਹੀਂ ਕਰਦੇ। 73 ਵਰ੍ਹੇ ਹੋ ਚੁੱਕੇ ਨੇ ਇਸ ਮੁਲਕ ਨੂੰ ਆਜ਼ਾਦ ਹੋਇਆ। ਜੇ ਤੁਹਾਡੇ ਕੋਲੋਂ ਮੁਲਕ ਆਪਣਾ ਕਾਬੂ ਵਿੱਚ ਨਹੀਂ ਆਉਂਦਾ ਹੈਗਾ, ਇੱਥੋਂ ਦੇ ਲੋਕਾਂ ਦੀ ਤੁਸੀਂ ਪਰਵਰਿਸ਼ ਕਰਨ ਦੇ ਵਿੱਚ ਅਸਮਰੱਥ ਰਹੇ ਹੋ ਅੱਜ ਤੱਕ, ਤਾਂ ਜਸੂਸੀਆਂ ਕਰਵਾਉਣੀਆਂ ਬੰਦ ਕਰੋ। ਮੈਂ ਬੇਨਤੀ ਕਰਨੀ ਚਾਹੁੰਦਾ, ਸੰਵਿਧਾਨ ਦੇ ਮੁਤਾਬਕ ਰੋਟੀ, ਕੱਪੜਾ, ਮਕਾਨ, ਬੱਚਿਆਂ ਦੀ ਮੁੱਢਲੀ ਸਿੱਖਿਆ ਔਰ ਐਜੂਕੇਸ਼ਨ ਦੇ ਨਾਲ ਇਲਾਜ, ਸਿਹਤ ਸਹੂਲਤਾਂ, ਇਹ ਮੁਹੱਈਆ ਕਰਾਉਣਾ ਸਰਕਾਰ ਦਾ ਮੁੱਢਲਾ ਫਰਜ਼ ਬਣਦਾ ਹੈਗਾ। ਤੁਸੀਂ ਇਹਨਾਂ ਮੁੱਢਲੇ ਫਰਜ਼ਾਂ ਤੋਂ ਮੁਨਕਰ ਹੈਗੇ ਹੋ ਪੂਰੀ ਤਰ੍ਹਾਂ, ਔਰ ਤੁਸੀਂ ਨਾਕਾਮਯਾਬ ਰਹੇ ਹੋ। ਜਸੂਸੀਆਂ ਕਰਵਾਉਣੀਆਂ ਬੰਦ ਕਰਕੇ ਮੈਂ ਬੇਨਤੀ ਕਰਾਂ, ਤੁਸੀਂ ਲਾਂਭੇ ਹੋ ਜਾਓ। ਉਹਨਾਂ ਨੇ ਲਾਂਭੇ ਮੇਰੇ ਕਿਹਾ ਹੋਣਾ ਨਹੀਂ ਹੈਗਾ, ਤੁਸੀਂ ਉਹਨਾਂ ਨੂੰ ਲਾਂਭੇ ਕਰ ਦਿਓ। ਦੇਸ਼ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ, ਜੇ ਤੁਹਾਨੂੰ ਲੱਗਦਾ ਕਿ ਅਸੀਂ ਪੱਤਰਕਾਰ ਚੰਗੇ ਨਹੀਂ ਹੈਗੇ, ਸਾਨੂੰ ਪਿੱਛੇ ਛੱਡ ਦਿਓ, ਤੁਸੀਂ ਸੱਤਾ ਆਪ ਸੰਭਾਲੋ, ਇਹਨਾਂ ਨੂੰ ਲਾਂਭੇ ਕਰ ਦਿਓ। ਇਹਨਾਂ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ, ਸਾਰਾ ਕੁਝ ਇਹਨਾਂ ਨੇ ਵੇਚ ਦਿੱਤਾ, ਸਾਰਾ ਕੁਝ ਇਹਨਾਂ ਨੇ ਰਹਿੰਦਾ ਖੁੰਦਾ ਜਿਹੜਾ ਹੈਗਾ ਉਹ ਵੀ ਵੇਚ ਦੇਣਾ ਹੈਗਾ। ਜਾਗੋ, ਅੱਖਾਂ ਬੰਦ ਕਰਕੇ ਮਨ ਕੀ ਬਾਤ ਕਰਨ ਵਾਲਿਆਂ ਦੇ ਪਿੱਛੇ ਨਾ ਲੱਗੋ। ਜਨ ਕੀ ਬਾਤ ਜਿਹੜੇ ਲੋਕ ਕਰਦੇ ਨੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਸੁਣ ਲਿਆ ਕਰੋ। ਉਧਰ ਨੂੰ ਸਾਰੇ ਜਣੇ ਤੁਰਾਂਗੇ ਤਾਂ ਮਸਲਿਆਂ ਦਾ ਹੱਲ ਹੋਣਾ ਹੈਗਾ। ਇਹ ਲੋਕ ਜਸੂਸੀਆਂ ਕਰਵਾ ਕੇ ਲੋਕਾਂ ਦੇ ਵੀਕ ਪੁਆਇੰਟ ਲੱਭਦੇ ਨੇ। ਹਰ ਬੰਦੇ ਵਿੱਚ ਕੋਈ ਨਾ ਕੋਈ ਵੀਕ ਪੁਆਇੰਟ ਹੁੰਦਾ ਹੀ ਹੈਗਾ ਆ। ਫਿਰ ਉਹਨੂੰ ਨੱਪਣਗੇ ਤੇ ਫਿਰ ਕਿਸ ਤਰ੍ਹਾਂ ਨੂੰ ਚੁੱਪ ਕਰਾਉਣਗੇ, ਉਹਨੂੰ ਬਲੈਕਮੇਲ ਕਰਨਗੇ, ਤੂੰ ਚੁੱਪ ਰਹਿ, ਤੇਰਾ ਵੀਕ ਪੁਆਇੰਟ ਸਾਡੇ ਹੱਥ ਵਿੱਚ ਹੈਗਾ। ਫਿਰ ਉਹ ਪੱਤਰਕਾਰ ਚੁੱਪ ਕਰ ਜਾਣਗੇ। ਤੁਸੀਂ ਉਹਨਾਂ ਪੱਤਰਕਾਰਾਂ ਦੇ ਸਗੋਂ ਨਾਲ ਖੜਿਆ ਕਰੋ ਜਿਹੜੇ ਲੋਕ ਤੁਹਾਨੂੰ ਘਾਟਾਂ ਗਣਾਉਂਦੇ ਨੇ, ਸਾਨੂੰ ਆਪਣੀਆਂ ਘਾਟਾਂ ਗਣਾਉਂਦੇ ਨੇ, ਉਹਨਾਂ ਦੀ ਤਾਂ ਸਗੋਂ ਹੈਲਪ ਕਰੀਦੀ ਆ, ਉਹਨਾਂ ਦੀ ਸਗੋਂ ਸਪੋਰਟ ਕਰੀਦੀ ਆ। ਤੁਹਾਡੇ ਕੱਲ੍ਹ ਨੂੰ ਕੰਮ ਆਉਣਗੇ ਉਹ ਬੰਦੇ ਜਿਹੜੇ ਲੋਕ ਸਾਡੀਆਂ ਘਾਟਾਂ ਗਣਾਉਂਦੇ ਨੇ। ਜਿਹੜੇ ਲੋਕ ਘਾਟਾਂ ਨਹੀਂ ਗਣਾਉਂਦੇ ਹੈਗੇ ਉਹ ਲੋਕ ਠੀਕ ਨਹੀਂ ਹੁੰਦੇ ਹੈਗੇ। ਮਾਂ ਬਾਪ ਆਪਣੇ ਬੱਚਿਆਂ ਦੀਆਂ ਘਾਟਾਂ ਗਣਾਉਂਦੇ ਨੇ ਨਾ, ਬੱਚੇ ਦਾ ਉਹ 'ਚ ਫਾਇਦਾ ਹੁੰਦਾ ਹੈਗਾ।
ਪਰ ਜਿਹੜੇ ਮਾਂ-ਬਾਪ ਆਪਣੇ ਬੱਚੇ ਦੀਆਂ ਘਾਟਾਂ ਉਹਨਾਂ ਨੂੰ ਨਹੀਂ ਗਣਾਉਂਦੇ ਹੈਗੇ, ਬੱਚੇ ਵੱਡੇ ਹੋ ਕੇ ਵਿਗੜ ਹੀ ਜਾਂਦੇ ਹੁੰਦੇ ਨੇ। ਸੋ ਮੈਂ ਆਸ ਕਰਦਾ ਕਿ ਜ਼ਰੂਰ ਲੋਕ ਸਮਝਣਗੇ, ਦੇਸ਼ ਦੇ ਲੋਕ ਉਹਨਾਂ ਪੱਤਰਕਾਰਾਂ ਦੇ ਨਾਲ ਖੜਨਗੇ ਜਿਹੜੇ ਪੱਤਰਕਾਰ ਤੁਹਾਡੀ ਆਵਾਜ਼ ਬਣਦੇ ਨੇ, ਦੇਸ਼ ਦੀ ਆਵਾਜ਼ ਬਣਦੇ ਨੇ, ਆਮ ਗਰੀਬ ਲੋਕਾਂ ਦੀ ਆਵਾਜ਼ ਬਣਦੇ ਨੇ, ਜਿਹੜੇ ਪੱਤਰਕਾਰ ਭਾਰਤ ਦੀਆਂ ਘੱਟ ਗਿਣਤੀ ਕੌਮਾਂ ਦੀ ਆਵਾਜ਼ ਬਣਦੇ ਨੇ, ਜਿਹੜੇ ਲੋਕ ਜ਼ੁਲਮ ਕਰਦੇ ਨੇ ਉਹਨਾਂ ਦੇ ਖਿਲਾਫ ਤੁਹਾਡੇ ਵਾਸਤੇ ਆਪਣਾ ਸੀਨਾ ਤਾਣ ਕੇ ਖੜੇ ਹੁੰਦੇ ਨੇ ਕਿ ਉਹਨਾਂ ਨੂੰ ਆਪਾਂ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕਰਨਾ ਹੈਗਾ। ਆਪਣਾ ਆਪ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਕੁਰਬਾਨ ਕਰਨ ਵਾਲੀ ਗੱਲ ਹੀ ਹੁੰਦੀ ਹੈ, ਦੁਸ਼ਮਣੀਆਂ ਮੁੱਲ ਲੈਣ ਵਾਲੀਆਂ ਗੱਲਾਂ ਹੁੰਦੀਆਂ ਨੇ। ਇਹ ਇੰਨੇ ਕੁ ਸਮਝਦਾਰ ਲੋਕ ਨਹੀਂ ਹੈਗੇ ਇੱਥੋਂ ਦੇ ਹੁਕਮਰਾਨ ਕਿ ਉਹ ਆਪਣੇ ਵਿਰੋਧੀ ਪੱਤਰਕਾਰਾਂ ਨੂੰ ਜਿਹੜੇ ਉਹਨਾਂ ਦੀ ਨੁਕਤਾਚੀਨੀ ਕਰਨ, ਉਹਨਾਂ ਨੂੰ ਆਪਣੇ ਮਿੱਤਰ ਸਮਝਣ। ਚਾਹੀਦਾ ਤਾਂ ਹੈਗਾ ਕਿ ਉਹ ਉਹਨਾਂ ਨੂੰ ਆਪਣੇ ਮਿੱਤਰ ਸਮਝਣ, ਪਰ ਤੁਸੀਂ ਉਹਨਾਂ ਪੱਤਰਕਾਰਾਂ ਦੇ ਜੇ ਨਾਲ ਖੜੋਗੇ ਤਾਂ ਚੰਗੇ ਰਹੋਗੇ, ਸਾਰੇ ਜਣੇ ਆਪਾਂ ਚੰਗੇ ਰਹਾਂਗੇ। ਆਸ ਕਰਦਾ ਕਿ ਸਾਰੇ ਜਣੇ ਜ਼ਰੂਰ ਇਹਨਾਂ ਗੱਲਾਂ ਵੱਲ ਧਿਆਨ ਦੇਣਗੇ। ਮੈਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਆਸ ਕਰਦਾ ਕਿ ਤੁਹਾਨੂੰ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ। ਜੇ ਚੰਗੀਆਂ ਲੱਗੀਆਂ ਨੇ ਤਾਂ ਸ਼ੇਅਰ ਕਰ ਦਿਓ, ਜੇ ਤੁਹਾਨੂੰ ਕੋਈ ਗੱਲ ਮਾੜੀ ਲੱਗੀ ਹੋਵੇ ਤਾਂ ਮੈਂ ਤੁਹਾਡੇ ਕੋਲੋਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।